ਹੁਣ ਇੱਕ ਗੱਲ ਕਹਾਂਗੇ ਤੁਹਾਨੂੰ ਕਿ ਇੱਕ ਕਰੋੜਾਪਤੀ ਹੈ, ਬੜੀ ਫੈਕਟਰੀ ਦਾ ਮਾਲਕ ਹੈ, ਔਰ ਇੱਕ ਕੂੜਾ ਕਰਕਟ ਸਾਫ਼ ਕਰਨ ਵਾਲਾ ਹੈ, ਗਲੀਆਂ ਦਾ ਕਚਰਾ ਸਾਫ਼ ਕਰਨ ਵਾਲਾ ਹੈ। ਅਗਰ ਤੁਹਾਨੂੰ ਪਤਾ ਲੱਗੇ ਇਹ ਗਲੀਆਂ ਦਾ ਕਚਰਾ ਸਾਫ਼ ਕਰਨ ਵਾਲਾ ਨੇਕ ਹੈ ਨਾ, ਇਹ ਅੱਛਾ ਹੈ, ਤਾਂ ਉਹਦੀ ਰਿਸਪੈਕਟ ਵਾਸਤੇ ਹੱਥ ਜੋੜ ਦਿਓ। ਤਾਂ ਜੇ ਪਤਾ ਲੱਗੇ ਫੈਕਟਰੀਆਂ ਦਾ ਮਾਲਿਕ ਇਹ ਅੱਛਾ ਨਹੀਂ ਹੈ, ਤਾਂ ਕੋਲ ਦੀ ਲੰਘ ਵੀ ਜਾਵੇ, ਬੁਲਾਓ ਤੱਕ ਨਾ ਉਹਨੂੰ, ਤਾਂ ਕਿ ਦੁਨੀਆ ਨੂੰ ਪਤਾ ਲੱਗੇ ਕਿ ਇੱਜ਼ਤ ਹੋਣੀ ਹੈ ਤਾਂ ਸੱਚਿਆਂ ਦੀ ਹੋਣੀ ਹੈ, ਅੱਛਿਆਂ ਦੀ ਹੋਣੀ ਹੈ। ਅੱਜ ਤੋਂ ਪੈਸੇ ਨੂੰ, ਕੋਠੀਆਂ ਨੂੰ, ਕਾਰਾਂ ਨੂੰ ਇੱਜ਼ਤ ਦੇਣੀ ਬੰਦ, ਇੱਜ਼ਤ ਦੇਈਏ ਅੱਛਾਈ ਨੂੰ ਦੇਈਏ ਅਸੀਂ। ਫਿਰ ਕੀ ਹੋਏਗਾ? ਫਿਰ ਲੋਕ ਪੈਸੇ ਵੱਲ ਘੱਟ ਧਿਆਨ ਦੇਣਗੇ, ਅੱਛਾ ਬਣਨ ਨਾਲ ਜ਼ਿਆਦਾ ਧਿਆਨ ਦੇਣਗੇ, ਕਿਉਂਕਿ ਅੱਜ ਪੈਸਾ ਬੰਦਾ ਕਿਉਂ ਜ਼ਿਆਦਾ ਚਾਹੁੰਦਾ ਹੈ। ਨਹੀਂ ਤਾਂ ਅਸੀਂ ਇੱਕ ਗੱਲ ਕਹਾਂਗੇ ਤੁਹਾਨੂੰ, ਅੱਜ ਜੋ ਜ਼ਿੰਦਗੀ ਤੁਸੀਂ ਜੀ ਰਹੇ ਹੋ ਨਾ, ਇਹ ਰਾਜਿਆਂ ਮਹਾਰਾਜਿਆਂ ਬਾਦਸ਼ਾਹਾਂ ਨਾਲੋਂ ਵੀ ਚੰਗੀ ਜ਼ਿੰਦਗੀ ਜੀ ਰਹੇ ਹੋ ਤੁਸੀਂ। ਜੇ ਨਹੀਂ ਯਕੀਨ ਤਾਂ ਪੁੱਛੋ ਕਿਉਂ, ਪੁੱਛੋ ਕਿਉਂ। ਅਸੀਂ ਕਹਿੰਦੇ ਖੜਾ ਕਰ ਲਓ ਸਿਕੰਦਰ ਨੂੰ, ਜਿਹਨੇ ਪੂਰੀ ਦੁਨੀਆ ਜਿੱਤੀ। ਜੋ ਤੁਹਾਡੇ ਕੋਲ ਹੈ ਉਹ ਸਿਕੰਦਰ ਕੋਲ ਵੀ ਹੈ ਨਹੀਂ ਸੀ। ਸਿਕੰਦਰ ਕੋਲ ਸੀਗਾ ਟੱਚ ਮੋਬਾਈਲ, ਜਿਹੜਾ ਤੁਹਾਡੀ ਜੇਬ 'ਚ, ਬੱਚੇ ਦੀ ਜੇਬ 'ਚ ਹੈ, ਕਿ ਮਾਰਿਆ ਕਰੋ, ਗਾਣਾ ਸੁਣ ਲਓ, ਫੋਟੋ ਖਿੱਚ ਲਓ। ਸਿਕੰਦਰ ਕੋਲ ਸੀਗਾ ਇਹ। ਹੁਣ ਸਿਕੰਦਰ ਨੇ ਜੇ ਹੁਸ਼ਿਆਰਪੁਰ ਤੋਂ ਜਲੰਧਰ ਤੋਂ ਦਿੱਲੀ ਨੂੰ ਜਾਣਾ ਹੋਵੇ ਨਾ ਘੋੜੇ ਤੇ ਬਹਿ ਕੇ, ਤਾਂ ਉਹਨੂੰ ਸ਼ਾਇਦ ਪੂਰਾ 1.5-2 ਦਿਨ ਲੱਗ ਜਾਣ। ਤਾਂ ਤੁਸੀਂ 8 ਘੰਟਿਆਂ 'ਚ ਗੱਡੀ 'ਚ ਸਲਫ ਦਿੱਤੀ, ਰੇਸ ਦਿੱਤੀ, ਪਹੁੰਚ ਗਏ। ਹੁਣ ਜਿਹੜੀਆਂ ਸੁਵਿਧਾਵਾਂ ਤੁਹਾਡੇ ਕੋਲ ਹੈ, ਤੁਸੀਂ ਕਹਿੰਦੇ ਹੋ ਕਿ ਲੈ ਵੀ ਸਿਕੰਦਰ ਦੇ ਤਾਂ ਨੌਕਰ ਸੀ, ਨੌਕਰ ਰੱਖੇ ਹੋਏ ਸੀ, ਤੇ ਬੈਠੇ ਨੂੰ ਉਹਨੂੰ ਪਾਣੀ ਮਿਲਦਾ ਸੀ, ਤਾਂ ਤੁਸੀਂ ਵੀ ਕੀ ਕਰਦੇ ਹੋ? ਟੂਟੀ ਖੋਲਦੇ ਹੋ, ਪਾਣੀ ਆ ਜਾਂਦਾ ਹੈ, ਤੁਹਾਨੂੰ ਲੈਣ ਜਾਣਾ ਪੈਂਦਾ ਖੂਹ ਤੇ, ਨਦੀ ਤੇ। ਯਾਨੀ ਅੱਜ ਤੁਸੀਂ ਅਗਰ ਆਪਣੀ ਜ਼ਿੰਦਗੀ ਨੂੰ ਦੇਖੋ ਤਾਂ ਰਾਜਿਆਂ ਬਾਦਸ਼ਾਹਾਂ ਨਾਲੋਂ ਵੀ ਚੰਗੀ ਜ਼ਿੰਦਗੀ ਅੱਜ ਤੁਹਾਡੀ ਹੈ। ਉਹ ਸੁਵਿਧਾਵਾਂ ਤੁਹਾਡੇ ਕੋਲ ਹੈ ਜਿਹੜੀਆਂ ਅੱਜ ਤੋਂ ਪਹਿਲਾਂ ਅਕਬਰ ਵਰਗੇ, ਸਿਕੰਦਰ ਵਰਗੇ ਜਾਂ ਹੋਰ ਬੜੇ ਤੋਂ ਬੜੇ ਬਾਦਸ਼ਾਹਾਂ ਦੇ ਕੋਲ ਵੀ ਨਹੀਂ ਸੀ। ਪਰ ਫਿਰ ਵੀ ਬੰਦਾ ਕਹਿੰਦਾ ਰੱਬਾ ਮੈਨੂੰ ਦਿੱਤਾ ਕੀ ਹੈ ਤੂੰ? ਉਹ ਇੰਨਾ ਕੁਝ ਰੱਬ ਦੇਈ ਜਾ ਰਿਹਾ, ਰਾਜਿਆਂ ਮਹਾਰਾਜਿਆਂ ਨਾਲੋਂ ਚੰਗੀ ਜ਼ਿੰਦਗੀ ਦੇ ਰਿਹਾ ਤੁਹਾਨੂੰ। ਹੁਣ ਜ਼ਰਾ ਸੋਚੋ, ਤੁਸੀਂ ਕਿਸੇ ਨੂੰ ਮੈਸੇਜ ਦੇਣਾ ਹੋਵੇ, ਹੁਣ ਸਿਕੰਦਰ ਨੇ ਭੇਜਣਾ ਹੋਵੇ, ਅਕਬਰ ਨੇ ਭੇਜਣਾ ਹੋਵੇ, ਇੱਕ ਕਬੂਤਰ ਨੂੰ ਭੇਜੇਗਾ ਜਿਹਨੂੰ ਕਈ ਦਿਨ ਲੱਗਣਗੇ, ਤਾਂ ਤੁਸੀਂ ਐਂ ਇੱਕ ਬਟਨ ਦਬਾਇਆ, WhatsApp ਤੇ ਪਹੁੰਚ ਗਿਆ। ਉਹ ਨਾਲੇ ਮੈਸੇਜ ਵੀ ਕੀ ਕਰਨਾ, ਵੀਡੀਓ ਕਾਲ ਹੀ ਕਰ ਲੈਂਦੇ ਹੋ। ਲਾ ਬਈ ਹਾਉ ਕੀ ਹਾਲ ਹੈ, ਠੀਕ ਹੈ। ਇਹ ਸੁਵਿਧਾ ਹੈ ਕਿ ਨਹੀਂ? ਰਾਜਿਆਂ ਮਹਾਰਾਜਿਆਂ ਕੋਲ ਸੁਵਿਧਾ ਸੀਗੀ ਇਹ? ਜ਼ਰਾ ਸੋਚੋ, ਨਹੀਂ ਸੀ ਸੁਵਿਧਾ। ਫਿਰ ਤੁਸੀਂ ਜੇ ਆਪਣੇ ਆਪ ਨੂੰ ਸੋਚੋ ਕਿ ਮੈਨੂੰ ਮੇਰੇ ਮਾਲਕ ਨੇ ਕੀ ਕੁਝ ਦਿੱਤਾ ਹੈ, ਉਹ ਮੈਂ ਤਾਂ ਅੱਜ, ਜੇ ਬੇਸ਼ੱਕ ਮੇਰਾ ਘਰ ਛੋਟਾ ਹੈ, ਬੇਸ਼ੱਕ ਮੇਰੀ ਗੱਡੀ ਛੋਟੀ ਹੈ, ਪਰ ਜਿਹੜੀ ਜ਼ਿੰਦਗੀ ਮੈਂ ਜੀ ਰਿਹਾ ਨਾ, ਇਹ ਬਾਦਸ਼ਾਹ ਨਾਲੋਂ ਚੰਗੀ ਜੀ ਰਿਹਾ ਮੈਂ। ਕਿਉਂ ਆਪਣੇ ਆਪ ਨੂੰ ਮਾੜਾ ਸਮਝਾਂ? ਕਿਉਂ ਆਪਣੇ ਆਪ ਨੂੰ ਡੋਮੀਨੇਟ ਕਰਾਂ? ਸਮਝਦੇ ਹੋ ਕਿ ਨਹੀਂ? ਪਰ ਫਰਕ ਪਤਾ ਕੀ ਪੈਂਦਾ? ਇਨਸਾਨ ਦੇ ਦੁੱਖ ਦਾ ਕਾਰਨ ਕੀ ਹੈ? ਇਨਸਾਨ ਦੇ ਦੁੱਖ ਦਾ ਕਾਰਨ ਮੇਨ ਇਹ ਪੁਆਇੰਟ ਤੇ ਆ ਜਾਂਦਾ ਹੈ ਕਿ ਬੰਦਾ ਜਦ ਵੀ ਆਪਣੇ ਆਪ ਨੂੰ ਕੰਪੇਅਰ ਕਰਦਾ ਹੈ ਕਿਸੇ ਦੂਜੇ ਨਾਲ ਕਰਦਾ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਜਿੱਦਾਂ ਪਿਕਾਸੋ ਇੱਕ ਬਹੁਤ ਬੜੇ ਚਿੱਤਰਕਾਰ ਹੋਏ ਹੈ, ਉਹ ਚਿੱਤਰਕਾਰ ਵੀ ਸੀ ਤੇ ਨਾਲ ਨਾਲ ਬੜੀ ਰੂਹਾਨੀਅਤ ਦਾ ਵੀ ਗਿਆਨ ਰੱਖਦੇ ਸੀ, ਇੱਕ ਦਾਰਸ਼ਨਿਕ ਵੀ ਸੀ। ਕਹਿੰਦੇ ਇੱਕ ਦਿਨ ਇੱਕ ਨੌਜਵਾਨ ਪਿਕਾਸੋ ਦੇ ਕੋਲ ਆਇਆ। ਉਹ ਨੌਜਵਾਨ ਵੀ ਨਵਾਂ ਪੇਂਟਰ ਬਣਿਆ ਸੀ, ਯਾਨੀ ਚਿੱਤਰਕਲਾ ਸਿੱਖਦਾ ਸੀ, ਕਿਉਂਕਿ ਪਿਕਾਸੋ ਕੋਲ ਕਈ ਸਿੱਖਦੇ ਵੀ ਹੁੰਦੇ ਸੀ ਸਟੂਡੈਂਟ। ਤਾਂ ਜਦੋਂ ਨੌਜਵਾਨ ਆਇਆ, ਉਹਨੇ ਆ ਕੇ ਪਿਕਾਸੋ ਨੂੰ ਪੁੱਛਿਆ ਕਿ ਮਹਾਰਾਜ ਦੁਨੀਆ ਦੇ ਸੁੱਖ ਔਰ ਦੁੱਖ ਦਾ ਕਾਰਨ ਕੀ ਹੈ, ਖੁਸ਼ੀ ਔਰ ਤਕਲੀਫ ਦਾ ਕਾਰਨ ਕੀ ਹੈ? ਤਾਂ ਪਿਕਾਸੋ ਕਹਿੰਦੇ ਏਦਾਂ ਕਰ ਬੇਟਾ, ਜਾਂ ਅੱਜ ਰਾਤ ਨੂੰ ਆਪਣੇ ਵੱਲੋਂ ਜਿੰਨੀ ਅੱਛੀ ਪੇਂਟਿੰਗ ਬਣਾ ਸਕਦਾ ਬਣਾ ਕੇ ਲਿਆ, ਕੱਲ ਨੂੰ ਮੇਰੇ ਕੋਲ ਲੈ ਕੇ ਆ, ਫਿਰ ਤੈਨੂੰ ਜਵਾਬ ਦਊਂ। ਜ਼ਰਾ ਸਮਝਣਾ ਸਾਰਿਆਂ ਨੇ, ਇਹ ਗੱਲ ਸਾਡੇ ਸਾਰਿਆਂ ਨਾਲ ਜੁੜੀ ਹੋਈ ਹੈ ਕਿ ਬੇਟਾ ਜਾ ਅੱਜ ਰਾਤ ਨੂੰ ਇੱਕ ਤਸਵੀਰ ਬਣਾ, ਪੇਂਟਿੰਗ ਬਣਾ, ਜਿੰਨਾ ਤੂੰ ਜ਼ੋਰ ਲਾ ਸਕਦਾ ਅੱਛੀ ਬਣਾਉਣ ਨੂੰ ਬਣਾ, ਔਰ ਲੈ ਕੇ ਸਵੇਰੇ ਮੇਰੇ ਕੋਲ ਆ। ਹੁਣ ਕਹਿੰਦੇ ਉਹ ਰੋਜ਼ਵਾਰ ਰਾਤ ਨੂੰ ਸੁੱਤਾ ਨਹੀਂ, ਸਾਰੀ ਰਾਤ ਪੂਰੀ ਕੋਸ਼ਿਸ਼ ਕਰਦਾ ਰਿਹਾ ਕਿ ਚੰਗੀ ਪੇਂਟਿੰਗ ਬਣਾਵਾਂ, ਬੈਸਟ ਪੇਂਟਿੰਗ ਬਣਾਵਾਂ। ਜਦੋਂ ਬੈਸਟ ਪੇਂਟਿੰਗ ਬਣੀ, ਸਵੇਰੇ ਲੈ ਕੇ ਪਿਕਾਸੋ ਦੇ ਕੋਲ ਆ ਗਿਆ। ਪਿਕਾਸੋ ਨੇ ਪੇਂਟਿੰਗ ਸਾਹਮਣੇ ਰੱਖੀ, ਕਹਿੰਦੇ ਇਹ ਤੂੰ ਬਣਾਈ ਹੈ? ਕਹਿੰਦਾ ਪੂਰੀ ਰਾਤ ਲਾ ਕੇ ਬਣਾਈ ਹੈ, ਪੂਰੀ ਕੋਸ਼ਿਸ਼ ਕੀਤੀ ਹੈ ਸੋਹਣੀ ਬਣੇ। ਕਹਿੰਦੇ ਮੈਂ ਵੀ ਇੱਕ ਰਾਤੀ ਪੇਂਟਿੰਗ ਬਣਾਈ ਹੈ। ਹੁਣ ਕਹਿੰਦੇ ਉਹਨਾਂ ਨੇ ਆਪਣੀ ਬਣਾਈ ਪੇਂਟਿੰਗ ਵੀ ਉਹਦੀ ਪੇਂਟਿੰਗ ਦੇ ਲਾਗੇ ਰੱਖਤੀ, ਯਾਨੀ ਇੱਕ ਪਾਸੇ ਉਹਦੀ, ਇੱਕ ਪਾਸੇ ਆਪਣੀ। ਕਹਿੰਦੇ ਮੇਰੀ ਦੇਖ, ਆਪਣੀ ਦੇਖ। ਜਦੋਂ ਉਹਨੇ ਪਿਕਾਸੋ ਦੀ ਦੇਖੀ ਔਰ ਆਪਣੀ ਦੇਖੀ ਤਾਂ ਮੂੰਹ ਲਟਕ ਗਿਆ, ਕਿਉਂਕਿ ਕਿੱਥੇ ਪਿਕਾਸੋ ਵਰਗਾ ਕਲਾਕਾਰ ਇੰਨਾ ਸੋਹਣਾ, ਔਰ ਕਿੱਥੇ ਇਹ ਨਵਾਂ ਹਾਲੇ ਸਿੱਖਣ ਵਾਲਾ ਪੇਂਟਰ, ਇਹਨਾਂ ਮੁਕਾਬਲਾ ਕੀ ਕਰਨਾ। ਉਦਾਸ ਹੋ ਗਿਆ, ਪਰੇਸ਼ਾਨ ਹੋ ਗਿਆ। ਪਿਕਾਸੋ ਕਹਿੰਦੇ ਕੀ ਗੱਲ, ਹੁਣੇ ਤੂੰ ਖੁਸ਼ ਸੀ, ਉਦਾਸ ਕਿਉਂ ਹੋ ਗਿਆ? ਕਹਿੰਦਾ ਮਹਾਰਾਜ ਮੈਂ ਤਾਂ ਸੋਚਿਆ ਸੀ ਬੜੀ ਮਿਹਨਤ ਕਰਕੇ ਅੱਜ ਵਧੀਆ ਪੇਂਟਿੰਗ ਬਣਾਈ ਹੈ, ਪਰ ਤੁਹਾਡੀ ਦੇ ਸਾਹਮਣੇ ਤਾਂ ਹੈ ਹੀ ਫਿੱਕੀ, ਤਾਂ ਹੀ ਮੈਂ ਦੁਖੀ ਹੋ ਗਿਆ ਕਿ ਕਿੱਥੇ ਤੁਸੀਂ, ਕਿੱਥੇ ਮੈਂ। ਪਿਕਾਸੋ ਕਹਿੰਦੇ ਬਸ ਬੇਟਾ ਇਹੀ ਦੁੱਖ ਦਾ ਕਾਰਨ ਹੈ, ਇਹੀ ਦੁੱਖ ਦਾ ਕਾਰਨ ਹੈ। ਜਦੋਂ ਅਸੀਂ ਆਪਣੇ ਆਪ ਨੂੰ ਉਹਨਾਂ ਨਾਲ ਕੰਪੇਅਰ ਕਰਦੇ ਜੋ ਸਾਡੇ ਤੋਂ ਜ਼ਿਆਦਾ ਕਾਮਯਾਬ ਹੈ, ਸਾਡੇ ਤੋਂ ਜ਼ਿਆਦਾ ਵੈਸਟ ਹੈ,
ਜਾਂ ਸਾਡੇ ਤੋਂ ਜ਼ਿਆਦਾ ਮਿਹਨਤ ਕਰਕੇ ਉੱਚੀ ਮੰਜ਼ਿਲ ਤੇ ਪਹੁੰਚੇ ਹੈ, ਜਦੋਂ ਆਪਣੇ ਜੀਵਨ ਨੂੰ ਉਹਨਾਂ ਨਾਲ ਕੰਪੇਅਰ ਕਰਦੇ ਆ ਤਾਂ ਸਾਡੇ ਕੋਲ ਜਿੰਨੀਆਂ ਖੁਸ਼ੀਆਂ ਹੁੰਦੀਆਂ ਹੈ ਉਹ ਸਾਰੀਆਂ ਸਾਨੂੰ ਛੋਟੀਆਂ ਲੱਗਦੀਆਂ ਹੈ। ਔਰ ਜਦੋਂ ਸਾਨੂੰ ਆਪਣੀਆਂ ਖੁਸ਼ੀਆਂ ਛੋਟੀਆਂ ਲੱਗਦੀਆਂ, ਦੂਜੇ ਦੀਆਂ ਬੜੀਆਂ ਲੱਗਦੀਆਂ, ਤਾਂ ਇਹੀ ਸਾਡੇ ਦੁੱਖ ਦਾ ਕਾਰਨ ਹੈ। ਕਹਿੰਦੇ ਹੁਣ ਖੁਸ਼ੀ ਦਾ ਕਾਰਨ ਦੱਸੀਏ ਕੀ ਹੈ? ਕਹਿੰਦਾ ਜੀ ਹਾਂ ਉਹ ਵੀ ਦੱਸ ਦਿਓ। ਕਹਿੰਦੇ ਜਾ ਫਿਰ ਤੂੰ ਕੱਲ ਵੀ ਕੋਈ ਪੇਂਟਿੰਗ ਬਣਾਈ ਹੋਏਗੀ, ਕੱਲ ਤੋਂ ਪਹਿਲਾਂ ਵੀ ਕੋਈ ਬਣਾਈ ਹੋਏਗੀ ਕਿ ਨਹੀਂ? ਕਹਿੰਦਾ ਜੀ ਬਣਾਈ ਹੈ। ਕਹਿੰਦੇ ਜਾ ਚੱਕ ਲਿਆ। ਘਰ ਗਿਆ, ਆਪਣੀ ਪੁਰਾਣੀ ਪੇਂਟਿੰਗ ਜੋ 1-2 ਦਿਨ ਪਹਿਲਾਂ ਬਣਾਈ ਸੀ ਚੱਕ ਕੇ ਲਿਆਇਆ। ਪਿਕਾਸੋ ਨੇ ਆਪਣੀ ਪੇਂਟਿੰਗ ਇੱਕ ਪਾਸੇ ਹਟਾਈ ਔਰ ਉਹਦੀ ਬਣਾਈ ਪੇਂਟਿੰਗ ਨਾਲ ਲਾ ਦਿੱਤੀ। ਕਹਿੰਦੇ ਹੁਣ ਦੋਨਾਂ 'ਚ ਫਰਕ ਦੇਖ ਕੇ ਹੈਰਾਨ ਰਹਿ ਗਿਆ। ਕਹਿੰਦਾ ਮਹਾਰਾਜ ਜਿਹੜੀ 2 ਦਿਨ ਪਹਿਲਾਂ ਬਣਾਈ ਸੀ ਉਹਦੇ ਨਾਲੋਂ ਤਾਂ ਇਹ ਪੇਂਟਿੰਗ 100 ਗੁਣਾ ਚੰਗੀ ਹੈ। ਕਹਿੰਦੇ ਵੇ ਖੁਸ਼ੀ ਹੁੰਦੀ ਕਿ ਨਹੀਂ? ਕਹਿੰਦਾ ਜੀ ਹੋਈ। ਕਹਿੰਦੇ ਬਸ ਬੇਟਾ ਇਹ ਖੁਸ਼ੀ ਦਾ ਕਾਰਨ ਹੈ। ਖੁਸ਼ੀ ਦਾ ਕਾਰਨ ਕੀ ਹੈ ਕਿ ਕੱਲ ਜੇ ਮੈਂ ਘੱਟ ਸੀ, ਅੱਜ ਮੈਂ ਕੱਲ ਨਾਲੋਂ ਬੈਸਟ ਹੋਇਆ ਹੈ, ਚੰਗਾ ਹੋਇਆ ਹੈ, ਔਰ ਇਹੀ ਸਾਡੀ ਖੁਸ਼ੀ ਦਾ ਕਾਰਨ ਹੈ। ਔਰ ਜਿਹੜਾ ਹਰ ਰੋਜ਼ ਕੁਝ ਬੈਸਟ ਕਰਦਾ ਹੈ ਉਹ ਇੱਕ ਦਿਨ ਪੂਰੀ ਤਰ੍ਹਾਂ ਬੈਸਟ ਹੋ ਜਾਂਦਾ ਹੈ। ਖੁਸ਼ੀ ਦਾ ਕਾਰਨ ਕੀ? ਇਹ ਆਪਣੇ ਆਪ ਨੂੰ ਕਿਸੇ ਦੂਜੇ ਨਾਲ ਕੰਪੇਅਰ ਨਹੀਂ ਕਰਨਾ। ਦੂਜੇ ਨਾਲ ਕਰਾਂਗੇ, ਹੁਣ ਫਰਜ਼ ਕਰੋ ਤੁਹਾਡੇ ਕੋਲ ਮਰੂਤੀ ਕਾਰ ਹੈ ਔਰ ਕਿਸੇ ਕੋਲ ਮਰਸਡੀਜ਼ ਹੈ, ਹੁਣ ਤੁਸੀਂ ਉਹਦੇ ਨਾਲ ਕੰਪੇਅਰ ਕਰੋਗੇ ਤਾਂ ਤੁਹਾਨੂੰ ਦੁੱਖ ਹੀ ਹੋਣਾ, ਤੁਸੀਂ ਆਪਣੀ ਕਾਰ ਦਾ ਵੀ ਮਜ਼ਾ ਨਹੀਂ ਲੈ ਪਾਣਾ। ਤੁਹਾਡੇ ਕੋਲ ਕਾਰ ਹੈ ਉਹਦਾ ਵੀ ਮਜ਼ਾ ਨਹੀਂ ਲੈ ਪਾਣਾ। ਪਰ ਕੰਪੇਅਰ ਕਿੰਨਾ ਕਰਨਾ ਹੈ? ਇਹ ਸੋਚੋ ਕਿ ਅੱਜ ਤੋਂ ਸਾਲ ਪਹਿਲਾਂ ਮੈਂ ਮੋਟਰਸਾਈਕਲ ਤੇ ਘੁੰਮਦਾ ਸੀ, ਅੱਜ ਮੇਰੇ ਕੋਲ ਕਾਰ ਹੈ, ਮੈਂ ਤਰੱਕੀ ਕੀਤੀ ਹੈ, ਅੱਗੇ ਵਧਿਆ ਆ, ਇਹ ਖੁਸ਼ੀ ਦੀ ਗੱਲ ਹੈ। ਔਰ ਜੇ ਅੱਜ ਮੈਂ ਮੋਟਰਸਾਈਕਲ ਤੋਂ ਕਾਰ ਤੇ ਪਹੁੰਚ ਸਕਦਾ ਹਾਂ ਤਾਂ 2-4 ਸਾਲਾਂ 'ਚ ਮਿਹਨਤ ਕਰਕੇ ਮੈਂ ਕਾਰ ਤੋਂ ਮਰਸਡੀ ਤੱਕ ਵੀ ਪਹੁੰਚ ਸਕਦਾ, ਆਡੀ ਤੱਕ ਵੀ ਪਹੁੰਚ ਸਕਦਾ, BMW ਤੱਕ ਵੀ ਪਹੁੰਚ ਸਕਦਾ ਹਾਂ। ਯਾਨੀ ਮੈਂ ਹਰ ਦਿਨ ਤਰੱਕੀ ਕਰ ਰਿਹਾ। ਜਰਾ ਸੋਚ ਕੇ ਦੇਖੋ, ਇਹਨੂੰ ਇਦਾਂ ਸਮਝੇ ਕਿ ਇੱਕ ਗਮਲੇ 'ਚ ਲੱਗਾ ਪੌਦਾ ਹੈ, ਅਗਰ ਉਹ ਬੜੇ ਪੇੜ ਦੇ ਸਾਹਮਣੇ ਤੁਸੀਂ ਰੱਖ ਦੇਵੋ ਤਾਂ ਫਿਰ ਉਹ ਪੌਦੇ ਨੂੰ ਕੀ ਮਹਿਸੂਸ ਹੋਏਗਾ? ਕਿੱਡਾ ਵੱਡਾ ਪੇੜ, ਮੈਂ ਤਾਂ ਹੈ ਹੀ ਕੁਛ ਨਹੀਂ। ਪਰ ਜੇ ਉਹ ਪੌਦੇ ਨੂੰ ਕਹੀਏ ਸਬਰ ਰੱਖ, ਮਿਹਨਤ ਕਰ, ਤੂੰ ਵੀ ਤੈਨੂੰ ਸਹੀ ਪਾਣੀ ਮਿਲੇ, ਸਹੀ ਖਾਦ ਮਿਲੇ, ਤਾਂ ਤੂੰ ਵੀ ਦੇਖੀ ਕੁਝ ਸਾਲਾਂ 'ਚ ਉਹ ਪੌਦੇ ਨੂੰ ਜ਼ਮੀਨ 'ਚ ਬੋ ਦਿੱਤਾ ਜਾਂਦਾ ਹੈ ਔਰ ਪੌਦਾ ਫਿਰ ਪੇੜ ਨੂੰ ਦੇਖਦਾ ਹੈ। ਪੇੜ ਬਹੁਤ ਬੜਾ, ਮੈਂ ਬੜਾ ਛੋਟਾ ਆ, ਮੈਂ ਬੜਾ ਛੋਟਾ ਆ। ਹਫ਼ਤੇ ਬਾਅਦ ਪੌਦਾ ਥੋੜਾ ਬੜਾ ਹੁੰਦਾ, ਫਿਰ ਵੀ ਉਹਦੇ ਮਨ 'ਚ ਹੁੰਦਾ ਪੇੜ ਬਹੁਤ ਬੜਾ, ਮੈਂ ਛੋਟਾ ਆ। 15 ਦਿਨਾਂ ਬਾਅਦ, ਮਹੀਨੇ ਬਾਅਦ ਉਹ ਥੋੜਾ ਹੋਰ ਵੱਧਦਾ ਹੈ, ਪਰ ਬੜਾ ਪੇੜ ਜੋ ਕਈਆਂ ਸਾਲਾਂ ਤੋਂ ਲੁਕਾ ਫਿਰ ਬੜਾ ਹੈ। ਪੌਦਾ ਕਹਿੰਦਾ ਮੈਂ ਬੜਾ ਛੋਟਾ ਆ। ਇੱਕ ਫਕੀਰ ਆਂਦੇ, ਕਹਿੰਦੇ ਦੁਖੀ ਕਿਉਂ ਹੈ? ਉਹ ਕਹਿੰਦਾ ਮਹਾਰਾਜ ਦੇਖੋ ਅੱਜ ਮੈਨੂੰ 2 ਮਹੀਨੇ ਹੋ ਗਏ ਜ਼ਮੀਨ 'ਚ ਲੱਗੇ ਨੂੰ, ਪੇੜ ਕਿੱਡਾ ਵੱਡਾ, ਮੈਂ ਤਾਂ ਛੋਟਾ ਜਿਹਾ। ਉਹ ਫਕੀਰ ਕਹਿੰਦੇ ਇਹ ਨਾ ਦੇਖ ਪੇੜ ਕਿੱਡਾ ਵੱਡਾ ਹੈ, ਤੂੰ ਇਹ ਦੇਖ ਮੈਂ ਹਰ ਰੋਜ਼ ਗਰੋਥ ਕਰ ਰਿਹਾ, ਤੂੰ ਹਰ ਰੋਜ਼ ਵੱਧ ਰਿਹਾ ਹੈ। ਸਭ ਤੋਂ ਬੜੀ ਖੁਸ਼ੀ ਦੀ ਗੱਲ ਇਹ ਹੈ, ਆਪਣੀ ਗਰੋਥ ਨੂੰ ਦੇਖ ਕਿ ਮੈਂ ਰੋਜ਼ ਵੱਧ ਰਿਹਾ ਹਾਂ। ਜੇ ਮੈਂ ਇਦਾਂ ਹੀ ਵੱਧਦਾ ਗਿਆ ਤਾਂ ਇੱਕ ਦਿਨ ਪੇੜ ਤੋਂ ਵੀ ਉੱਚਾ ਹੋ ਜਾਊਂ। ਇਹ ਖੁਸ਼ੀ ਦੀ ਗੱਲ ਹੈ। ਜੇ ਤੁਸੀਂ ਦੇਖੋਗੇ ਪਿਛਲੇ ਸਾਲ ਮੈਂ ਕੀ ਸੀ ਔਰ ਇਸ ਸਾਲ ਮੈਨੂੰ ਰੱਬ ਨੇ ਕੁਝ ਜ਼ਿਆਦਾ ਹੀ ਦਿੱਤਾ ਕਿ ਨਹੀਂ? ਜਰਾ ਸੋਚ ਕੇ ਦੇਖੋ, ਜਿੰਨੇ ਕੁ ਕੱਪੜੇ ਤੁਹਾਡੀਆਂ ਅਲਮਾਰੀਆਂ 'ਚ 5 ਸਾਲ ਪਹਿਲਾਂ ਸੀ, ਅੱਜ ਉਹ ਤੋਂ ਜ਼ਿਆਦਾ ਹੀ ਹੋਣਗੇ। ਜਿੰਨੀਆਂ ਕੁ ਚੀਜ਼ਾਂ ਤੁਹਾਡੇ ਕੋਲ 5-10 ਸਾਲ ਪਹਿਲਾਂ ਸੀ, ਅੱਜ ਜ਼ਿਆਦਾ ਹੀ ਹੋਣਗੀਆਂ। ਫਿਰ ਦੁੱਖ ਦਾ ਕਾਰਨ ਕੀ ਹੈ? ਤੁਸੀਂ ਹਰ ਰੋਜ਼ ਤਾਂ ਗਰੋਥ ਕਰ ਰਹੇ ਹੋ, ਹਰ ਰੋਜ਼ ਤਾਂ ਅੱਗੇ ਵਧ ਰਹੇ ਹੋ, ਔਰ ਅੱਗੇ ਵਧਣ ਦਾ ਮਤਲਬ ਹੀ ਹੈ ਕਿ ਮੇਰੇ ਮਾਲਿਕ ਦੀ ਕਿਰਪਾ ਮੇਰੇ ਤੇ ਹੋ ਰਹੀ ਹੈ, ਮੈਂ ਟੈਨਸ਼ਨ ਕਿਉਂ ਲਵਾਂ? ਜਿਹੜਾ ਮੈਨੂੰ ਉੱਥੋਂ ਇੱਥੇ ਤੱਕ ਲਿਆਇਆ ਹੁਣ ਅੱਗੇ ਵੀ ਮੈਨੂੰ ਔਰ ਜ਼ਰੂਰ ਲੈ ਕੇ ਜਾਏਗਾ। ਹਾਂ ਇਹ ਜ਼ਰੂਰ ਹੁੰਦਾ ਹੈ ਕਿ ਜਦੋਂ ਫਕੀਰਾਂ ਦੇ ਨਾਲ ਜੁੜ ਜਾਂਦੇ ਹੈ ਤਾਂ ਉਹ ਰਹਿਮਤ ਜਿਹੜੀ ਸਾਲਾਂ ਦੀ ਹੈ ਨਾ, ਉਹ ਦਿਨਾਂ 'ਚ ਹੀ ਹੋਣੀ ਸ਼ੁਰੂ ਹੋ ਜਾਂਦੀ ਹੈ। ਸਮਝਦੇ ਹੋ ਕਿ ਨਹੀਂ? ਜਿੱਦਾਂ ਸਮਝ ਲਓ ਕਿ ਇੱਕ ਬੱਚਾ ਹੈ, ਅਗਰ ਉਹ ਕਿਸੇ ਟੀਚਰ ਕੋ ਨਾ ਜਾਵੇ, ਆਪ ਹੀ ਪੜ੍ਹਨ ਦੀ ਕੋਸ਼ਿਸ਼ ਕਰੇ ਤਾਂ ਆਪ ਪੜ੍ਹਦਿਆਂ 20 ਸਾਲਾਂ 'ਚ ਜੋ ਉਹਨੇ ਸਿੱਖਣਾ ਹੈ, ਤਾਂ ਜੇ ਕਾਮਿਲ ਟੀਚਰ ਕੋ ਚਲਾ ਜਾਵੇ ਤਾਂ ਹੋ ਸਕਦਾ ਜੋ 20 ਸਾਲਾਂ 'ਚ ਸਿੱਖੇ 1 ਸਾਲ 'ਚ ਹੀ ਉਹਨੂੰ ਪਤਾ ਲੱਗ ਜਾਵੇ। ਕਿਉਂਕਿ ਮੁਰਸ਼ਦ ਦੀ ਸੋਬਤ ਦਾ, ਟੀਚਰ ਦੀ ਸੋਬਤ ਦਾ ਇਹ ਅਸਰ ਹੁੰਦਾ ਹੈ। ਇੱਕ ਬੰਦਾ ਕਹਿੰਦਾ ਨਾ ਮੈਂ ਅੱਛਾ ਪੇਂਟਰ ਬਣਨਾ, ਅੱਛਾ ਕਾਰਪੇਂਟਰ ਬਣਨਾ, ਮੈਂ ਘਰੇ ਹੀ ਸਿੱਖਣਾ, ਲੱਕੜ ਲੈ ਕੇ ਉੱਤੇ ਰੰਦਾ ਚਲਾਣਾ ਆਪ ਹੀ ਸਿੱਖਣਾ ਹੈ, ਜਾਂ ਉੱਤੇ ਕਲਾਕਾਰੀ ਆਪ ਹੀ ਸਿੱਖਣੀ ਹੈ, ਤਾਂ ਹੋ ਸਕਦਾ 15-20 ਸਾਲ ਲੱਗ ਜਾਣ ਉਹਨੂੰ। ਪਰ ਜੇ ਕਿਸੇ ਕਾਮਿਲ ਕਾਰੀਗਰ ਦੇ ਨਾਲ ਲੱਗ ਜਾਵੇ ਤਾਂ ਜਿਹੜੀ ਚੀਜ਼ ਉਹਨੇ 15-20 ਸਾਲਾਂ 'ਚ ਸਿੱਖਣੀ ਹੈ, ਉਹ ਕੁਝ ਮਹੀਨਿਆਂ ਕੁਝ ਸਾਲਾਂ 'ਚ ਸਿੱਖ ਕੇ ਉਹ ਬੜਾ ਕਾਰੀਗਰ ਬਣ ਸਕਦਾ ਹੈ। ਤਾਂ ਹੀ ਤਾਂ ਬੁੱਲੇ ਸ਼ਾਹ ਵੀ ਕਹਿੰਦੇ ਮੈਂ ਕਿੰਨੇ ਸਾਲ ਖੋਜ ਕੀਤੀ ਰੱਬ ਦੀ, ਰੱਬ ਨਹੀਂ ਮਿਲਿਆ। ਪਰ ਜਦੋਂ ਮੁਰਸ਼ਦ ਮਿਲਿਆ ਤਾਂ ਮੁਰਸ਼ਦ ਨੇ ਇੱਕੋ ਹੀ ਨੁਕਤਾ ਸਮਝਾਇਆ, ਗੱਲ ਇੱਕ ਨੁਕਤੇ ਵਿੱਚ ਉਹ ਮੁੱਕਦੀ ਏ। ਉਹ ਬੁੱਲਿਆ ਰੱਬ ਦਾ ਕੀ ਪਾਣਾ, ਇੱਥੋਂ ਪਟਣਾ ਇੱਥੇ ਲਾਣਾ। ਇਹ ਸੁਰਤੀ ਦੀ ਗੱਲ ਹੈ। ਆਪਣਾ ਧਿਆਨ ਦੁਨੀਆ ਵੱਲੋਂ ਹਟਾ ਕੇ ਜਦੋਂ ਆਪਣੇ ਮਾਲਿਕ ਵੱਲ ਲਾ ਦਿੰਦੇ ਆ ਨਾ, ਮੁਰਸ਼ਦ ਵੱਲ ਲਾ ਦਿੰਦੇ ਆ, ਤਾਂ ਫਿਰ ਇਹੀ ਤਾਂ ਰਸਤਾ ਰੱਬ ਨੂੰ ਪਾਣ ਦਾ। ਉਹੀ ਗੱਲ ਦੱਸ ਰਹੇ ਬੁੱਲੇ ਸ਼ਾਹ ਕੀ ਕਹਿੰਦੇ ਆ। ਬੁੱਲੇ ਸ਼ਾਹ ਕਹਿੰਦੇ ਜੇ ਪਾਣਾ ਰੱਬ ਦੀਆਂ ਰਹਿਮਤਾਂ ਨੂੰ, ਇੱਕ ਰਮਜ ਦੱਸਾਂ ਮੈਂ ਖਾਸ ਯਾਰਾ। ਕਹਿੰਦੇ ਬੜੀ ਖਾਸ ਰਮਜ ਹੈ, ਇਹ ਰੱਬ ਦੀ ਰਹਿਮਤ ਪਾਣੀ ਹੈ। ਦੱਸਦੀ ਹੈ ਰਹਿਮਤ, ਉਹ ਰਮਜ ਤੁਹਾਨੂੰ ਜਾਣਨਾ ਚਾਹੁੰਦੇ ਹੋ ਕਿ ਨਹੀਂ? ਥੱਕ ਤਾਂ ਨਹੀਂ ਗਏ, ਭੁੱਖ ਤਾਂ ਨਹੀਂ ਲੱਗੀ? ਫਿਰ ਠੀਕ ਹੈ, ਕਿਉਂਕਿ ਇਹ ਜ਼ਰੂਰੀ ਹੈ। ਜੇ ਰੱਬ ਦੀ ਰਹਿਮਤ ਨੂੰ ਪਾਣਾ ਹੈ, ਰੱਬ ਦੀਆਂ ਬਖਸ਼ਿਸ਼ਾਂ ਨੂੰ ਪਾਣਾ ਹੈ, ਤਾਂ ਬੁੱਲੇ ਸ਼ਾਹ ਕਹਿੰਦੇ ਹੈ ਜੇ ਪਾਣਾ ਰੱਬ ਦੀਆਂ ਰਹਿਮਤਾਂ ਨੂੰ, ਇੱਕ ਰਮਜ ਦੱਸਾਂ ਮੈਂ
ਖਾਸ ਯਾਰਾ, ਉਹ ਕਹਿੰਦੇ ਬੜੀ ਖਾਸ ਗੱਲ ਹੈ, ਇੱਕ ਰਮਜ਼ ਹੈ, ਇੱਕ ਰਾਜ ਦੀ ਗੱਲ ਹੈ, ਇੱਕ ਨੁਕਤਾ ਹੈ। ਅਗਰ ਇਹ ਨੁਕਤੇ ਨੂੰ ਸਮਝ ਲਿਆ ਤਾਂ ਫਿਰ ਰੱਬ ਦੀ ਰਹਿਮਤ ਨੂੰ ਪਾਣਾ ਬੜਾ ਆਸਾਨ ਹੋ ਜਾਏਗਾ। ਰੱਬ ਦੀਆਂ ਰਹਿਮਤਾਂ ਤੱਕ ਪਹੁੰਚਣਾ ਬੜਾ ਆਸਾਨ ਹੋ ਜਾਏਗਾ। ਔਰ ਉਹ ਕਿਹੜਾ ਨੁਕਤਾ ਦੱਸਦੇ ਆ ਬੁੱਲੇ ਸ਼ਾਹ, ਹੁਣ ਤੁਸੀਂ ਵੀ ਸੁਣ ਲਓ ਕਿ ਜੇ ਪਾਣਾ ਰੱਬ ਦੀਆਂ ਰਹਿਮਤਾਂ ਨੂੰ, ਇੱਕ ਰਮਜ਼ ਦੱਸਾਂ ਮੈਂ ਖਾਸ ਯਾਰਾ, ਉਹ ਰੱਬ ਦੀ ਰਹਿਮਤ ਪਾ ਸਕਦਾ ਜਿਨ੍ਹਾਂ ਦਿਲਾਂ ਦੇ ਵਿੱਚ ਵਿਸ਼ਵਾਸ ਯਾਰਾ। ਔਰ ਬੁੱਲੇ ਸ਼ਾਹ ਕਹਿੰਦੇ ਰੱਬ ਦੀ ਰਹਿਮਤ ਨੂੰ ਪਾਣਾ ਹੈ ਤਾਂ ਉਹੀ ਰੱਬ ਦੀ ਰਹਿਮਤ ਨੂੰ ਪਾ ਸਕਦਾ ਜਿਹਦੇ ਅੰਦਰ ਵਿਸ਼ਵਾਸ ਹੋਵੇ, ਯਕੀਨ ਹੋਵੇ, ਭਰੋਸਾ ਹੋਵੇ। ਕਿਹੜਾ ਭਰੋਸਾ? ਕਿ ਮੈਨੂੰ ਯਕੀਨ ਹੈ ਕਿ ਮੇਰਾ ਮਾਲਿਕ ਮੇਰੇ ਨਾਲ ਹੈ। ਜੇ ਮੇਰੇ 'ਚ ਜੀਵਨ 'ਚ ਕੋਈ ਦੁੱਖ ਹੈ ਤਾਂ ਮੈਨੂੰ ਯਕੀਨ ਹੈ ਕਿ ਮੇਰਾ ਮਾਲਿਕ ਮੇਰੇ ਦੁੱਖਾਂ ਨੂੰ ਦੂਰ ਕਰਨ ਦੀ ਤਾਕਤ ਰੱਖਦਾ ਹੈ। ਜੇ ਮੇਰੇ ਜੀਵਨ 'ਚ ਕੋਈ ਪਰੇਸ਼ਾਨੀ ਹੈ, ਜੇ ਮੇਰੇ ਕਾਰੋਬਾਰ 'ਚ ਕੋਈ ਕਮੀ ਹੈ ਤਾਂ ਮੈਨੂੰ ਯਕੀਨ ਹੈ ਕਿ ਮੇਰਾ ਮਾਲਿਕ ਮੇਰੀਆਂ ਸਾਰੀਆਂ ਕਮੀਆਂ ਨੂੰ ਪੂਰੀਆਂ ਕਰ ਸਕਦਾ ਹੈ। ਜਿਹੜਾ ਇਦਾਂ ਦਾ ਵਿਸ਼ਵਾਸ ਰੱਖਦਾ ਹੈ, ਜੇ ਉਹਦੇ ਜੀਵਨ 'ਚ ਕੋਈ ਤਕਲੀਫ, ਕੋਈ ਕਮੀ, ਕੋਈ ਪਰੇਸ਼ਾਨੀ ਹੋਵੇ ਵੀ ਤਾਂ ਉਹਨਾਂ ਦੀਆਂ ਪਰੇਸ਼ਾਨੀਆਂ, ਤਕਲੀਫਾਂ, ਕਮੀਆਂ ਦੂਰ ਵੀ ਜਲਦੀ ਹੋ ਜਾਂਦੀਆਂ ਹੈ। ਸਮਝ ਰਹੇ ਹੋ ਕਿ ਨਹੀਂ? ਇਸ ਲਈ ਬੁੱਲੇ ਸ਼ਾਹ ਦੀਆਂ ਅਗਲੀਆਂ ਲਾਈਨਾਂ ਕੀ ਕਹਿੰਦੀਆਂ ਹਨ ਕਿ ਜੇ ਪਾਣਾ ਰੱਬ ਦੀਆਂ ਰਹਿਮਤਾਂ ਨੂੰ, ਇੱਕ ਰਮਜ਼ ਦੱਸਾਂ ਮੈਂ ਖਾਸ ਯਾਰਾ, ਉਹ ਰੱਬ ਦੀ ਰਹਿਮਤ ਪਾ ਸਕਦਾ ਜਿਨ੍ਹਾਂ ਦਿਲਾਂ ਦੇ ਵਿੱਚ ਵਿਸ਼ਵਾਸ ਯਾਰਾ। ਕਿਉਂ ਦਰ ਦਰ ਧੱਕੇ ਖਾਂਦਾ ਏ, ਆ ਫਕਰਾਂ ਦੇ ਤੂੰ ਪਾਸ ਯਾਰਾ। ਜੋ ਧੱਕੇ ਖਾ ਖਾ ਟੁੱਟ ਜਾਂਦੀ, ਇਹ ਟੁੱਟੀ ਜੋੜਨ ਆਸ ਯਾਰਾ। ਉਹ ਬੁੱਲੇ ਸ਼ਾਹ ਇਹ ਗੱਲ ਸੱਚੀ ਏ, ਫਕਰਾਂ ਵਿੱਚ ਰੱਬ ਦਾ ਵਾਸ ਯਾਰਾ। ਦੇਖੋ ਬੁੱਲੇ ਸ਼ਾਹ ਨੇ 5 ਲਾਈਨਾਂ ਦੇ ਅੰਦਰ ਕਮਾਲ ਦੀ ਗੱਲ ਕਰ ਦਿੱਤੀ। ਕਮਾਲ ਦੀ ਗੱਲ ਕੀਤੀ ਕਿ ਨਹੀਂ? ਹੁਣ ਤੁਸੀਂ ਸਮਝੇ ਜਾਂ ਨਹੀਂ ਸਮਝੇ ਤਾਂ ਉਹ ਥੋੜਾ ਸਮਝ ਲਈਏ ਕਿ ਬੁੱਲੇ ਸ਼ਾਹ ਕਹਿੰਦੇ ਜੇ ਰੱਬ ਦੀਆਂ ਰਹਿਮਤਾਂ ਪਾਣੀਆਂ ਹੈ ਤਾਂ ਉਹ ਰਹਿਮਤਾਂ ਦਾ ਦਰਵਾਜ਼ਾ ਕਿਹਦੇ ਵਾਸਤੇ ਖੁੱਲਦਾ? ਜਿਹਦੇ ਕੋਲ ਵਿਸ਼ਵਾਸ ਦੀ ਚਾਬੀ ਹੋਵੇ ਕਿ ਮੈਨੂੰ ਯਕੀਨ ਹੈ, ਮੈਨੂੰ ਭਰੋਸਾ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਹੁਣ ਤੁਸੀਂ ਗੌਰ ਕਰੋ ਜ਼ਰਾ, ਜੇ ਤੁਸੀਂ ਆਪਣੇ ਪਰਿਵਾਰ ਤੋਂ ਵੀ ਪਿਆਰ ਲੈਣਾ ਹੋਵੇ ਨਾ ਤਾਂ ਤੁਸੀਂ ਸ਼ੰਕਾ ਕਰਕੇ ਕਦੀ ਪਿਆਰ ਨਹੀਂ ਲੈ ਸਕਦੇ। ਲੈ ਸਕਦੇ ਹੋ? ਹੁਣ ਇੱਕ ਪਤਨੀ ਪਤੀ ਨੂੰ ਕਹੇ ਮੈਨੂੰ ਤੁਹਾਡੇ ਤੇ ਬਹੁਤ ਸ਼ੱਕ ਹੈ, ਤਾਂ ਉਹ ਜਿੱਥੇ ਸ਼ੰਕਾ ਆ ਗਈ ਉੱਥੇ ਪਿਆਰ ਨਹੀਂ ਰਹਿ ਜਾਂਦਾ। ਜੇ ਬਾਪ ਬੇਟੇ ਨੂੰ ਕਹੇ ਬੇਟਾ ਮੈਨੂੰ ਤੇਰੇ ਤੇ ਸ਼ੱਕ ਹੈ, ਤਾਂ ਬੇਟੇ ਨੇ ਜਦੋਂ ਸ਼ੱਕ ਦੀ ਗੱਲ ਸੁਣਨੀ ਹੈ ਤਾਂ ਜਿਹੜਾ ਪਿਆਰ ਹੈ ਉਹ ਖਤਮ ਹੋ ਜਾਣਾ ਕਿ ਕਾਹਦਾ ਰਿਸ਼ਤਾ ਜਿੱਥੇ ਵਿਸ਼ਵਾਸ ਹੀ ਨਾ ਹੋਵੇ। ਪਰ ਜੇ ਬੰਦਾ ਕਹੇ ਮੈਂ ਤੇਰੇ ਤੇ ਬਹੁਤ ਵਿਸ਼ਵਾਸ ਕਰਦਾ ਹਾਂ, ਤਾਂ ਜਿਹੜਾ ਸੁਣਦਾ ਹੈ ਨਾ ਫਿਰ ਉਹਦਾ ਪਿਆਰ ਹੋਰ ਵੱਧ ਜਾਂਦਾ ਕਿ ਜੇ ਮੇਰੇ ਤੇ ਵਿਸ਼ਵਾਸ ਕਰਦਾ ਹੈ ਨਾ ਤਾਂ ਫਿਰ ਭਾਈ ਮੈਂ ਨਾ ਪਿਆਰ ਕਰਨਾ ਹੈ, ਚਾਹੇ ਉਹ ਜੋ ਵੀ ਹੋਵੇ। ਪਰ ਕੋਸ਼ਿਸ਼ ਹੁੰਦੀ ਹੈ ਬੰਦੇ ਦੀ ਕਿ ਜਿਹੜਾ ਵੀ ਮੇਰੇ ਤੇ ਵਿਸ਼ਵਾਸ ਕਰਦਾ ਮੈਂ ਕੋਸ਼ਿਸ਼ ਕਰਨੀ ਦਾ ਵਿਸ਼ਵਾਸ ਕਦੀ ਟੁੱਟੇ ਨਾ, ਕਿਉਂਕਿ ਹਰ ਕੋਈ ਚਾਹੁੰਦਾ ਕਿ ਲੋਕ ਮੇਰੇ ਤੇ ਵਿਸ਼ਵਾਸ ਕਰਨ। ਚਾਹੁੰਦਾ ਕਿ ਨਹੀਂ? ਤੁਸੀਂ ਚਾਹੁੰਦੇ ਹੋ ਕਿ ਨਹੀਂ? ਕਿਉਂਕਿ ਬੰਦਾ ਕਦੀ ਨਹੀਂ ਚਾਹੁੰਦਾ ਕਿ ਕੋਈ ਮੇਰੇ ਤੇ ਸ਼ੱਕ ਕਰੇ, ਇਹ ਬੰਦਾ ਕਦੀ ਨਹੀਂ ਚਾਹੁੰਦਾ ਕਿ ਕੋਈ ਮੈਨੂੰ ਬੁਰਾ ਕਵੇ। ਹਰ ਕੋਈ ਇਹ ਚਾਹੁੰਦਾ ਹੈ ਕਿ ਲੋਕ ਮੈਨੂੰ ਅੱਛਾ ਕਹਿਣ। ਤਾਂ ਹੀ ਤਾਂ ਕੋਈ ਤੁਹਾਨੂੰ ਕਵੇ ਨਾ ਮੈਨੂੰ ਤੇਰੇ ਤੇ ਵਿਸ਼ਵਾਸ ਹੈ ਨਹੀਂ, ਤੂੰ ਬੜਾ ਗਲਤ ਬੰਦਾ ਆ, 420 ਬੰਦਾ ਆ, ਤਾਂ ਸੁਣ ਕੇ ਦੁੱਖ ਲੱਗਦਾ ਹੈ। ਹੁੰਦਾ ਕਿ ਨਹੀਂ? ਕਿਉਂਕਿ ਪਸੰਦ ਹੀ ਨਹੀਂ ਬੰਦੇ ਨੂੰ ਕੋਈ ਇੱਦੀ ਗੱਲ ਕਵੇ। ਹੁਣ ਇਹੀ ਚੀਜ਼ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਵਿਸ਼ਵਾਸ ਸਾਡੇ ਜੀਵਨ ਦੀਆਂ ਖੁਸ਼ੀਆਂ ਦੀ ਚਾਬੀ ਹੈ। ਔਰ ਇਹੀ ਵਿਸ਼ਵਾਸ ਜਦੋਂ ਮਾਲਿਕ ਨਾਲ ਜੁੜ ਜਾਂਦਾ ਹੈ ਤਾਂ ਇਹੀ ਰਹਿਮਤਾਂ ਦੀ ਚਾਬੀ ਬਣ ਜਾਂਦੀ ਹੈ, ਜੋ ਮਾਲਿਕ ਦੀਆਂ ਰਹਿਮਤਾਂ ਨੂੰ ਸਾਡੇ ਤੱਕ ਲੈ ਕੇ ਆਉਂਦੀ ਹੈ। ਸਮਝਦੇ ਹੋ ਕਿ ਨਹੀਂ? ਦੁਨੀਆ ਨਾਲ ਜੋੜਾਂਗੇ ਤਾਂ ਅੱਗੇ ਉਹ ਪਿਆਰ ਮਿਲੇਗਾ, ਖੁਸ਼ੀ ਮਿਲੇਗੀ ਰਿਸ਼ਤਿਆਂ 'ਚ। ਪਰ ਜਦੋਂ ਰੱਬ ਨਾਲ ਜੋੜਾਂਗੇ ਤਾਂ ਰਹਿਮਤਾਂ ਮਿਲਣਗੀਆਂ, ਔਰ ਰਹਿਮਤਾਂ ਦੇ ਵਿੱਚ ਤਾਂ ਖੁਸ਼ੀਆਂ, ਬਰਕਤਾਂ, ਕਾਮਯਾਬੀ, ਅੱਛੀ ਸਿਹਤ ਸਭ ਕੁਝ ਆ ਜਾਂਦਾ ਹੈ। ਸਮਝਦੇ ਹੋ ਕਿ ਨਹੀਂ? ਇਸ ਲਈ ਉਹ ਰੱਬ ਦੀ ਰਹਿਮਤ ਪਾ ਸਕਦਾ ਜਿਨ੍ਹਾਂ ਦਿਲਾਂ ਦੇ ਵਿੱਚ ਵਿਸ਼ਵਾਸ ਯਾਰਾ। ਕਿਉਂ ਦਰ ਦਰ ਧੱਕੇ ਖਾਂਦਾ ਏ, ਆ ਫਕਰਾਂ ਦੇ ਤੂੰ ਪਾਸ ਯਾਰਾ। ਕਿਉਂਕਿ ਬਹੁਤ ਇਨਸਾਨ ਦੇਖੇ ਹੈ ਜੀ, ਮੇਰੇ ਜੀਵਨ 'ਚ ਬੜੀਆਂ ਪਰੇਸ਼ਾਨੀਆਂ, ਬੜੀਆਂ ਤਕਲੀਫਾਂ, ਬੜੇ ਦੁੱਖ ਹੈ, ਮੈਂ ਆ ਵੀ ਕੀਤਾ, ਮੈਂ ਉਹ ਵੀ ਕੀਤਾ, ਮੈਂ ਇੱਥੇ ਗਿਆ, ਮੈਂ ਉੱਥੇ ਗਿਆ। ਉਹ ਕਹਿੰਦੇ ਆਲੇ ਦੁਆਲੇ ਘੁੰਮਦਾ ਰਹਿ ਗਿਆ। ਹਾਲੇ ਇਹਦਾ ਮਤਲਬ ਕਾਮਿਲ ਫਕੀਰਾਂ ਕੋਲ ਤਾਂ ਪਹੁੰਚਿਆ ਹੀ ਨਹੀਂ, ਕਾਮਿਲ ਮੁਰਸ਼ਿਦ ਕੋਲ ਤਾਂ ਪਹੁੰਚਿਆ ਹੀ ਨਹੀਂ। ਤੂੰ ਸਮਝਦੇ ਹੋ ਕਿ ਨਹੀਂ? ਹੁਣ ਇੱਕ ਬੰਦਾ ਕਵੇ ਮੈਂ ਬਿਮਾਰ ਹਾਂ, ਪਰ ਮੈਂ ਨਾ ਉਹ ਝੋਲਾ ਛਾਪ ਡਾਕਟਰ ਬੈਠਾ ਸੀ ਤੰਬੂਆ ਲਾ ਕੇ, ਉਹਦੇ ਕੋਲ ਵੀ ਜਾ ਕੇ ਦੇਖ ਲਿਆ। ਇੱਕ ਜਗ੍ਹਾ ਹੋਰ ਸੀ, ਉਹਦੇ ਕੋਲ ਵੀ ਜਾ ਕੇ ਦੇਖ ਲਿਆ, ਪਰ ਮੇਰੇ ਕੈਂਸਰ ਦਾ ਜਾਂ ਮੇਰੀ ਬਿਮਾਰੀ ਦਾ ਇਲਾਜ ਨਹੀਂ ਹੋਇਆ। ਤਾਂ ਕਿਸੇ ਨੇ ਕਹਿਣਾ ਭਾਈ ਚੰਗੇ ਹਸਪੀਟਲ ਵੀ ਜਾ ਕੇ ਦੇਖ ਲੈਂਦਾ, ਕਿਸੇ ਸਪੈਸ਼ਲਿਸਟ ਕੋਲ ਜਾ ਕੇ ਦੇਖ ਲੈਂਦਾ। ਹੁਣ ਜੇ ਤੁਹਾਨੂੰ ਅੱਖਾਂ ਦੀ ਪ੍ਰੋਬਲਮ ਹੈ, ਯਾਨੀ ਅੱਖਾਂ ਤੋਂ ਘੱਟ ਦੀਦਾ ਜਾਂ ਅੱਖਾਂ 'ਚ ਕੋਈ ਮੋਤੀ ਆਇਆ, ਤਾਂ ਤੁਸੀਂ ਕਿਹੜੇ ਡਾਕਟਰ ਕੋਲ ਜਾਣਾ ਹੈ? ਜਵਾਬ ਦਿਓ ਸਾਨੂੰ। ਅੱਖਾਂ ਵਾਲੇ ਕੋਲ ਜਾਣਾ ਹੈ ਜਾਂ ਦਿਲ ਵਾਲੇ ਕੋਲ ਜਾਣਾ ਹੈ ਜਾਂ ਕਿਸੇ ਹੋਰ ਬਿਮਾਰੀ ਵਾਲੇ ਕੋਲ ਜਾਣਾ ਹੈ, ਬੱਚਿਆਂ ਵਾਲੇ ਕੋਲ ਚਲਾ ਜਾਣਾ ਹੈ? ਹੁਣ ਜਰਾ ਇੱਥੇ ਸਮਝਣ ਵਾਲੀ ਗੱਲ ਹੈ, ਜੇ ਪਤਾ ਹੈ ਕਿ ਮੈਨੂੰ ਨੱਕ ਕੰਨ ਗਲੇ ਦੀ ਪ੍ਰੋਬਲਮ ਹੈ ਤਾਂ ਮੈਂ ENT ਵਾਲੇ ਕੋਲ ਜਾਣਾ ਹੈ, ਯਾਨੀ ਜਿਹੜਾ ਨੱਕ ਕੰਨ ਗਲੇ ਦਾ ਡਾਕਟਰ ਉਹਦੇ ਕੋਲ ਜਾ ਕੇ ਚੈੱਕ ਕਰਾਣਾ। ਅੱਖਾਂ ਦੀ ਹੈ ਤਾਂ ਅੱਖਾਂ ਵਾਲੇ ਕੋਲ ਜਾਣਾ ਹੈ, ਹਾਰਟ ਦੀ ਹੈ
ਤਾਂ ਹਾਰਟ ਸਪੈਸ਼ਲਿਸਟ ਕੋ ਜਾਣਾ ਹੈ। ਯਾਨੀ ਮੈਨੂੰ ਹੱਡੀਆਂ ਦੀ ਪ੍ਰੋਬਲਮ ਹੈ ਤਾਂ ਕਿਸੇ ਹੱਡੀਆਂ ਦੇ ਡਾਕਟਰ ਕੋ ਜਾਣਾ ਹੈ। ਹੁਣ ਮੈਨੂੰ ਜਿਹੜੀ ਚੀਜ਼ ਦੀ ਪ੍ਰੋਬਲਮ ਹੈ ਮੈਂ ਉਹਦੇ ਕੋ ਜਾਣਾ ਤਾਂ ਕਿ ਮੈਨੂੰ ਸਹੀ ਇਲਾਜ ਮਿਲ ਸਕੇ। ਹੁਣ ਜਦੋਂ ਜੀਵਨ 'ਚ ਪਰੇਸ਼ਾਨੀਆਂ ਆਉਂਦੀਆਂ ਹੈ, ਤਕਲੀਫਾਂ ਆਉਂਦੀਆਂ ਹੈ, ਦੁੱਖ ਆਉਂਦੇ ਹੈ, ਤਾਂ ਸਾਨੂੰ ਲੋੜ ਹੁੰਦੀ ਹੈ ਰੱਬ ਦੀਆਂ ਰਹਿਮਤਾਂ ਦੀ। ਪਰ ਜਾਂਦੇ ਅਸੀਂ ਕਿਹਨਾਂ ਕੋਲ ਹੈ? ਜਿਹੜੇ ਸਾਨੂੰ ਨਗ ਦੇ ਕੇ ਤੋੜ ਦਿੰਦੇ ਆ। ਆ ਪਾਲਾ ਵੀ ਆ ਤੇਰੇ ਨਾਲ ਕੰਮ ਕਾਰ ਨਹੀਂ ਚੱਲਦਾ, ਆ ਨੀਲਮ ਪਾ ਲੈ ਤੂੰ, ਆ ਪੁਖਰਾਜ ਪਾ ਲੈ ਤੂੰ, ਤੇਰਾ ਆ ਗ੍ਰਹਿ ਮਾੜਾ, ਆ ਕਰ ਲੈ। ਇਹ ਤਾਂ ਉਹੀ ਗੱਲ ਹੈ, ਬਿਮਾਰੀ ਹਾਰਟ ਦੀ ਹੈ ਤਾਂ ਤੁਰੇ ਫਿਰਦੇ ਕਿਸੇ ਹੋਰ ਕੋ ਪਏ। ਉਹ ਰੱਬ ਦੀ ਰਹਿਮਤ ਦੀ ਜ਼ਰੂਰਤ ਹੈ, ਰੱਬ ਦੀਆਂ ਕਿਰਪਾਵਾਂ ਦੀ ਜ਼ਰੂਰਤ ਹੈ। ਇੱਥੇ ਨਗਾਂ ਨੇ ਕੁਝ ਨਹੀਂ ਕਰਨਾ, ਗ੍ਰਹਿਾਂ ਨੇ ਕੁਝ ਨਹੀਂ ਕਰਨਾ, ਕਿਉਂਕਿ ਗ੍ਰਹਿ ਵੀ ਤਾਂ ਉਹਦੇ ਬਣਾਏ ਹੈ। ਔਰ ਜਦੋਂ ਉਹਦੇ ਨਾਲ ਸਾਡੀ ਸੈਟਿੰਗ ਹੋ ਜਾਂਦੀ ਹੈ, ਉਹਦੇ ਨਾਲ ਤਾਰਾਂ ਜੁੜ ਜਾਂਦੀਆਂ, ਤਾਂ ਪੁੱਠੇ ਗ੍ਰਹਿ ਵੀ ਸਿੱਧੇ ਹੋ ਜਾਂਦੇ ਆ। ਸਮਝਦੇ ਹੋ ਕਿ ਨਹੀਂ? ਹੁਣ ਇਹਨੂੰ ਏਦਾਂ ਸਮਝ ਲਓ ਕਿ ਫਰਜ਼ ਕਰੋ ਕਿਸੇ ਦਾ ਸ਼ਨੀ ਭਾਰੀ ਹੈ, ਹਾਲਾਂਕਿ ਹੁੰਦਾ ਨਹੀਂ ਭਾਰੀ ਕਿਸੇ ਤੇ, ਪਰ ਉਦਾਹਰਨ ਦੇ ਰਿਹਾ, ਸ਼ਨੀ ਨੂੰ ਜ਼ਿਆਦਾ ਹੀ ਭਾਰੀ ਕੀਤਾ ਜਾਂਦਾ ਵਿਚਾਰੇ ਨੂੰ, ਐਵੇਂ ਵਿਚਾਰੇ ਨੂੰ ਬੁਰਾ ਬਣਾਇਆ ਹੋਇਆ ਹੈ। ਹਾਲਾਂਕਿ ਗ੍ਰਹਿ ਸਾਰੇ ਰੱਬ ਨੇ ਬਣਾਏ ਹੈ। ਕਹਿੰਦੇ ਤੇਰਾ ਸ਼ਨੀ ਭਾਰੀ ਹੈ, ਪੂਜਾ ਕਰਨੀ ਪੈਣੀ ਹੈ, ਕਰਨੀ ਪੈਣੀ ਪੂਜਾ। ਹੁਣ ਫਰਜ਼ ਕਰੋ ਜੇ ਸ਼ਨੀ ਦੇਵਤਾ ਹੈ, ਉਹਦੀ ਪੂਜਾ ਹੋ ਰਹੀ ਹੈ, ਤਾਂ ਸ਼ਨੀ ਅੱਗੇ ਕਹਿ ਦੇਵੇ ਕਰੀਏ ਪੂਜਾ, ਮੈਂ ਨਹੀਂ ਸਿੱਧਾ ਹੋਣਾ, ਮੈਂ ਨਹੀਂ ਮੰਨਦਾ, ਕਿਉਂਕਿ ਮੇਰੀ ਮਰਜ਼ੀ, ਮੰਨਣਾ ਨਾ ਮੰਨਣਾ ਹੈ, ਚੱਲ ਕਰ ਪੂਜਾ, ਇੱਕ ਵਾਰ ਕਰ, 10 ਸਾਲ ਕਰ, 7 ਸਾਲ ਕਰ, ਨਹੀਂ ਮੰਨਦਾ ਮੈਂ, ਤਾਂ ਕੀ ਕਰ ਲੈਣਗੇ ਪੰਡਤ ਜੀ? ਤਾਂ ਕੀ ਕਰ ਲੈਣਗੇ ਉਹ ਅੱਗੇ ਬੈਠੇ ਹੋਏ? ਪਰ ਹੁਣ ਸ਼ਨੀ ਨੂੰ ਬਣਾਇਆ ਕਿਹਨਾਂ ਹੈ? ਸ਼ਨੀ ਨੂੰ ਪੈਦਾ ਕਿਹਨਾਂ ਕੀਤਾ ਹੈ? ਯਾਨੀ ਹਰ ਗ੍ਰਹਿ ਨੂੰ, ਸੂਰਜ ਨੂੰ ਕਿਹਨਾਂ ਬਣਾਇਆ, ਧਰਤੀ ਨੂੰ ਕਿਹਨਾਂ ਬਣਾਇਆ ਹੈ? ਹਰ ਚੀਜ਼ ਨੂੰ ਪੈਦਾ ਕਰਨ ਵਾਲਾ ਉਹ ਪਰਮਾਤਮਾ ਹੈ, ਉਹ ਪ੍ਰਭੂ ਹੈ। ਹੁਣ ਇੱਕ ਇਨਸਾਨ ਫਕੀਰਾਂ ਕੋ ਜਾਂਦਾ ਹੈ ਕਿ ਮਹਾਰਾਜ ਮੈਂ ਗਿਆ ਸੀ ਕਿਸੇ ਕੋਲ, ਉਹਨਾਂ ਬੜੀ ਸ਼ਨੀ ਦੀ ਪੂਜਾ ਕੀਤੀ, ਸ਼ਨੀ ਮੰਨਦਾ ਨਹੀਂ ਹੈ। ਫਕੀਰ ਕਹਿੰਦੇ ਆ ਜਾ ਫਿਰ, ਆ ਜਾ, ਉਹ ਤੈਨੂੰ ਕਿਸੇ ਦੀ ਪੂਜਾ ਕਰਨ ਦੀ ਕੀ ਲੋੜ, ਆ ਜਾ। ਉਹ ਸਿੱਧੇ ਫਕੀਰ ਉਹਦੀ ਤਾਰ ਰੱਬ ਨਾਲ ਜੋੜ ਦਿੰਦੇ। ਰੱਬ ਕਹਿੰਦਾ ਹਾਂ ਪੁੱਤ ਕੀ ਗੱਲ? ਉਹ ਮਹਾਰਾਜ ਤੁਹਾਡਾ ਸ਼ਨੀ ਨਹੀਂ ਮੰਨਦਾ ਹੈ, ਸ਼ਨੀ ਨਹੀਂ ਮੰਨਦਾ, ਓਏ ਸ਼ਨੀ ਮੇਰੀ ਸ਼ਰਨ ਚ ਆ ਗਿਆ ਮੇਰਾ ਬੱਚਾ, ਖਬਰਦਾਰ ਇਹਦੇ ਨਾਲ ਦੇਖਿਆ ਨਾ। ਠੀਕ ਹੈ ਪਿਤਾ ਜੀ ਮਾਫ ਕਰ ਦਿਓ, ਹੱਥ ਜੋੜਦਾ ਮੈਂ ਤੁਹਾਡੇ ਅੱਗੇ, ਮੈਂ ਨਹੀਂ ਮੁੜ ਕੇ ਤੰਗ ਕਰਦਾ ਇਹਨੂੰ, ਕਿਉਂਕਿ ਜਦੋਂ ਬਾਪ ਦੀ ਸ਼ਰਨ 'ਚ ਬੰਦਾ ਚਲਾ ਜਾਵੇ ਤਾਂ ਬੱਚਿਆਂ ਨੇ ਵੀ ਕੀ ਮੰਨਣਾ ਹੈ? ਹਾਂ ਬੱਚੇ ਦੀ ਆਪਣੀ ਆਕੜ ਮੰਨੇ ਨਾ ਮੰਨੇ। ਅੱਜ ਤੁਸੀਂ ਵੀ ਗ੍ਰਹਿਾਂ ਨੂੰ ਖੁਸ਼ ਕਰਨ ਨੂੰ ਫਿਰਦੇ ਹੋ, ਜਾਂ ਪੌਦੇ ਪੇੜਾਂ ਨੂੰ ਖੁਸ਼ ਕਰਨ ਨੂੰ ਫਿਰਦੇ ਹੋ, ਜਾਨਵਰਾਂ ਨੂੰ ਖੁਸ਼ ਕਰਨ ਨੂੰ ਫਿਰਦੇ ਹੋ। ਔਰ ਰੱਬ ਨੂੰ ਖੁਸ਼ ਕਰ ਲਓ, ਜਿਹਨਾਂ ਰੱਬ ਨੂੰ ਖੁਸ਼ ਕਰ ਲਿਆ ਸਾਰੀ ਦੁਨੀਆ ਆਪੇ ਹੀ ਖੁਸ਼ ਹੋ ਜਾਂਦੀ ਹੈ। ਸਮਝ ਆ ਰਹੀ ਸਾਡੀ ਗੱਲ? ਮੇਰਾ ਸੋਚ ਕੇ ਦੇਖੋ ਇਹ ਚੀਜ਼ ਨੂੰ। ਤਾਂ ਹੀ ਤਾਂ ਕਹਿੰਦੇ ਹੈ ਕਿ ਹਰ ਚੀਜ਼ ਦਾ ਦਾਤਾ ਕੌਣ ਹੈ? ਗੁਰੂ ਰਹਿਬਰ ਕਹਿੰਦੇ ਇੱਕ, ਜਿੱਦਾਂ ਕਹਿੰਦੇ ਸਭ ਕਾ ਮਾਲਿਕ ਏਕ ਹੈ, ਉਹਨੂੰ ਹੀ ਕਿਹਾ ਇੱਕ ਓਂਕਾਰ, ਜਾਂ ਉਹਨੂੰ ਹੀ ਕਿਹਾ ਬਾਹਦੂ ਲਾ ਸ਼ਰੀਕ। ਉਹ ਸਾਰਿਆਂ ਜੀਵਾਂ ਦਾ ਜਨਮਦਾਤਾ, ਇਹ ਖੰਡਾ ਬ੍ਰਹਿਮੰਡਾਂ ਦਾ ਮਾਲਿਕ ਤਾਂ ਇੱਕੋ ਹੀ ਹੈ। ਜਦੋਂ ਸਿੱਧੀ ਮਾਲਕ ਨਾਲ ਸਾਡੀ ਤਾਰ ਜੁੜ ਜਾਂਦੀ ਤਾਂ ਉਹਦੇ ਬਣਾਏ ਹੋਏ ਸਾਰੇ ਆਪਣੇ ਆਪ ਹੀ ਸਾਡੇ ਅਧੀਨ ਹੋ ਜਾਂਦੇ ਹੈ। ਤਾਂ ਹੀ ਤਾਂ ਬਾਬਾ ਫਰੀਦ ਨੇ ਕਿਹਾ, ਉਹ ਫਰੀਦਾ ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ, ਜੇ ਤੂੰ ਮੇਰਾ ਹੋ ਲਵੇਂ ਤੇ ਸਭ ਜਗ ਤੇਰਾ ਹੋਏ। ਇਹ ਰੱਬ ਬਾਬਾ ਫਰੀਦ ਨੂੰ ਕਹਿ ਰਿਹਾ ਹੈ ਕਿ ਫਰੀਦਾ ਆਪਣੇ ਦਿਲ ਨੂੰ ਸਾਫ਼ ਕਰਕੇ ਵਿਸ਼ਵਾਸ ਨਾਲ ਤੂੰ ਮੇਰਾ ਹੋ ਜਾ। ਜੇ ਤੂੰ ਮੇਰਾ ਹੋ ਗਿਆ ਤਾਂ ਯਾਦ ਰੱਖ, ਜਿਹਦਾ ਦਾਤਾ ਹੋ ਗਿਆ, ਦਾਤਾਂ ਤਾਂ ਆਪਣੇ ਆਪ ਹੀ ਉਹਦੀਆਂ ਹੋ ਗਈਆਂ। ਅੱਜ ਕੰਮ ਤਾਂ ਇਹੀ ਹੈ ਨਾ, ਬੰਦਾ ਚਪੜਾਸੀਆਂ ਨੂੰ ਖੁਸ਼ ਕਰਨ ਨੂੰ ਫਿਰਦਾ, ਮਾਲਕ ਨਾਲ ਤਾਰ ਨਹੀਂ ਜੋੜਦਾ। ਚਪੜਾਸੀ ਦੀ ਮਰਜ਼ੀ ਅੰਦਰ ਜਾਣ ਦੇਵੇ ਨਾ ਜਾਣ ਦੇਵੇ। ਹੁਣ ਦਰਵਾਜ਼ੇ ਤੇ ਚਪੜਾਸੀ ਖੜਾ, ਕਈ ਵਾਰ ਦੇਖਿਆ ਨਾ ਤੁਸੀਂ, ਉਹ ਨਹੀਂ ਸਾਹਿਬ ਬੜੇ ਬਿਜ਼ੀ ਹੈ, ਨਹੀਂ ਮਿਲ ਸਕਦਾ ਤੂੰ, ਮੈਂ ਨਹੀਂ ਜਾਣਾ ਸਾਹਿਬ ਤੱਕ, ਇਹ ਤੇਰੀ ਫਾਈਲ ਨਹੀਂ ਜਾਣੀ। ਤਾਂ ਹੁਣ ਗੌਰ ਕਰਨਾ, ਤਾਂ ਜੇ ਸਾਹਿਬ ਨੂੰ ਕਿਤੇ ਫੋਨ ਆ ਜਾਵੇ ਨਾ ਉੱਪਰੋਂ, ਤਾਂ ਸਾਹਿਬ ਨੇ ਕਹਿਣਾ ਓਏ ਭੇਜ ਇਹਨੂੰ ਅੰਦਰ, ਜਾਓ ਮਹਾਰਾਜ ਜਾਓ, ਹੱਥ ਜੋੜ ਕੇ ਭੇਜਣਾ ਅੰਦਰ। ਯਾਨੀ ਦੱਸਣਾ ਕੀ ਚਾਹੁੰਦੇ ਆ ਕਿ ਚਪੜਾਸੀਆਂ ਦੀ, ਦੁਆਰਪਾਲਾਂ ਦੀ ਅਗਰ ਅਸੀਂ ਮਿਹਨਤ ਕਰੀ ਜਾਵਾਂਗੇ ਤਾਂ ਉਹਨਾਂ ਦੀ ਆਕੜ ਹੈ ਭਾਈ, ਉਹ ਮੰਨਣ ਨਾ ਮੰਨਣ। ਤਾਂ ਜਿਹੜਾ ਕੁਰਸੀ ਤੇ ਬੈਠਾ ਮਾਲਕ ਹੈ, ਜੇ ਉਹਦੇ ਨਾਲ ਹੀ ਸਿੱਧੀ ਗੱਲ ਹੋ ਜਾਵੇ ਤਾਂ ਚਪੜਾਸੀ ਦਾ ਹੱਥ ਜੋੜ ਕੇ ਤੁਹਾਨੂੰ ਹੀ ਹਾਂਜੀ ਚਾਹ ਬਣ ਲਿਆਵਾਂ ਜੀ, ਆਓ ਆਓ, ਕਿਉਂਕਿ ਪਤਾ ਕਿ ਮੇਰੇ ਮਾਲਿਕ ਦਾ ਖਾਸ ਮਿੱਤਰ ਆਇਆ ਹੈ। ਔਰ ਜਿਹੜਾ ਮਾਲਿਕ ਦਾ ਮਿੱਤਰ ਹੋਵੇ, ਚਪੜਾਸੀ ਨੂੰ ਉਹਦੀ ਵੀ ਮੰਨਣੀ ਪੈਂਦੀ ਹੈ ਕਿ ਨਹੀਂ? ਕਿਉਂਕਿ ਪਤਾ ਜੇ ਮਾਲਿਕ ਨੇ ਸ਼ਿਕਾਇਤ ਕਰਤੀ ਤਾਂ ਮੇਰੇ ਵਰਗੇ ਚਪੜਾਸੀ ਹੋਰ ਵੀ ਬਹੁਤ ਘੁੰਮਦੇ ਹੈ। ਜਿੱਦਾਂ ਕਿਹਾ ਜਾਂਦਾ ਨਾ ਕਿ ਸੁਣ ਫਰਿਆਦ ਪੀਰਾਂ ਦੇ ਪੀਰਾ, ਹੋਰ ਖੁਨਾਵਾ ਕਿਹਨੂੰ, ਉਹ ਤੇਰੇ ਜਿਹਾ ਮੈਨੂੰ ਹੋਰ ਨਾ ਕੋਈ, ਤਾਂ ਮੇਰੇ ਜਿਹੇ ਲੱਖ ਤੈਨੂੰ। ਕਿ ਤੇਰੇ ਵਰਗਾ ਤਾਂ ਕੋਈ ਦਾਤਾ ਨਹੀਂ ਹੈ, ਪਰ ਮੇਰੇ ਬਾਰੇ ਮੰਗਤੇ ਤਾਂ ਹਜ਼ਾਰਾਂ ਹੀ ਹੈ। ਅੱਜ ਤਾਂ ਹੀ ਤਾਂ ਦੇਖੋ ਨਾ, ਕਿਤੇ ਇੱਕ ਇਸ਼ਤਿਹਾਰ ਨੌਕਰੀ ਦਾ ਨਿਕਲੇ ਕਿ 10 ਬੰਦਿਆਂ ਦੀ ਲੋੜ ਹੈ ਤਾਂ 10,000 ਬੰਦੇ ਐਪਲੀਕੇਸ਼ਨ ਦਿੰਦੇ ਉੱਥੇ, ਕਿਉਂਕਿ ਪਤਾ ਹੈ ਕੰਮ ਦੀ ਬੜੀ ਜ਼ਰੂਰਤ ਹੈ, ਤਾਂ ਉੱਥੇ ਬੰਦੇ ਨੂੰ ਵੀ ਹੁੰਦਾ ਹੈ। ਤਾਂ ਜੇ ਇੱਕ ਆਮ ਕੰਪਨੀ ਨੂੰ, ਇੱਕ ਆਮ ਆਫਿਸ ਨੂੰ ਇੱਕ ਬੰਦੇ ਦੀ ਲੋੜ ਹੁੰਦੀ ਹੈ ਤਾਂ 10 ਬੰਦੇ ਆ ਕੇ ਐਪਲੀਕੇਸ਼ਨ ਦਿੰਦੇ ਆ, 100 ਬੰਦਾ ਐਪਲੀਕੇਸ਼ਨ ਦਿੰਦਾ ਹੈ। ਤਾਂ ਜਦੋਂ ਰੱਬ ਨੂੰ ਆਪਣੇ ਸੇਵਾਦਾਰਾਂ ਦੀ ਲੋੜ ਹੋਏਗੀ ਤਾਂ ਫਿਰ ਤਾਂ ਪੂਰੀ ਦੁਨੀਆ ਹੀ ਹਾਜ਼ਰ ਹੋਏਗੀ ਕਿ ਰੱਬਾ ਮੈਨੂੰ ਆਪਣਾ ਬਣਾ ਲੈ। ਉੱਥੇ ਵੀ ਕਿਸੇ ਨੇ ਕੀ ਆਕੜ ਦਿਖਾਣੀ ਹੈ, ਸਮਝਦੇ ਹੋ ਕਿ ਨਹੀਂ?
ਇਸ ਲਈ ਇਹੀ ਚੀਜ਼ ਸਾਨੂੰ ਸਮਝਣੀ ਚਾਹੀਦੀ। ਕਲੀਅਰ ਕਰਨਾ ਚਾਹੁੰਦੇ ਹਾਂ ਕਿ ਤੁਹਾਡੇ ਜੀਵਨ 'ਚ ਕੋਈ ਪਰੇਸ਼ਾਨੀ ਹੈ, ਕੋਈ ਤਕਲੀਫ ਹੈ, ਤਾਂ ਜਿੱਦਾਂ ਬੁੱਲੇ ਸ਼ਾਹ ਕਹਿੰਦੇ, ਕਿਉਂ ਦਰ ਧੱਕੇ ਖਾਂਦਾ ਏ ਆ ਫਕਰਾਂ ਦੇ ਤੂੰ ਪਾਸ ਯਾਰ, ਕਿ ਇੱਧਰ ਉੱਧਰ ਭਟਕਣਾ ਛੱਡ। ਜੇ ਅੱਜ ਤੱਕ ਤੇਰਾ ਕੋਈ ਕੰਮ ਨਹੀਂ ਬਣਿਆ, ਮੈਂ ਆ ਵੀ ਕਰ ਲਿਆ, ਮੈਂ ਆ ਵੀ ਕਰ ਲਿਆ, ਆ ਵੀ ਪੂਜਾ ਕਰ ਲਈ, ਆ ਵੀ ਪਾਠ ਕਰ ਲਿਆ, ਆ ਵੀ ਕਰਕੇ ਦੇਖ ਲਿਆ, ਉਹ ਵੀ ਕਰਕੇ ਦੇਖ ਲਿਆ, ਮੇਰਾ ਤਾਂ ਵਿਸ਼ਵਾਸ ਹੀ ਰੱਬ ਤੋਂ ਟੁੱਟ ਗਿਆ। ਉਹ ਰੱਬ ਤੋਂ ਵਿਸ਼ਵਾਸ ਨਾ ਤੋੜੋ, ਇਹ ਯਾਦ ਰੱਖੋ। ਉਹ ਰੱਬ ਦਾ ਕੋਈ ਕਸੂਰ ਨਹੀਂ ਹੈ, ਤੁਸੀਂ ਗਲਤ ਜਗ੍ਹਾ ਭਟਕੀ ਜਾਂਦੇ ਹੋ। ਬੋਲੋ ਸਮਝਦੇ ਹੋ ਕਿ ਨਹੀਂ? ਹੁਣ ਇੱਕ ਬੰਦਾ ਐਸੀ ਗਾਉਂ ਦੇ ਕੋਲ ਬੈਠਾ ਹੈ ਪਿਛਲੇ 10 ਸਾਲਾਂ ਤੋਂ, ਜਿਹਦੇ ਥਣਾ 'ਚ ਦੁੱਧ ਹੀ ਹੈ ਨਹੀਂ, ਤਾਂ ਫਿਰ ਰੱਬ ਨੂੰ ਕਹੇ ਰੱਬਾ ਇਹ ਗਾਉਂ ਤਾਂ ਦੁੱਧ ਦਿੰਦੀ ਨਹੀਂ, ਇਹ ਗਾਉਂ ਤਾਂ ਦੁੱਧ ਦਿੰਦੀ ਨਹੀਂ, ਤਾਂ ਫਿਰ ਬੰਦਾ ਕਹੇ ਭਾਈ ਤੂੰ ਬੈਠਾ ਹੀ ਉਹ ਗਾਉਂ ਦੇ ਕੋਲ ਹੈ ਜਿਹਦੇ ਥਣਾ 'ਚ ਦੁੱਧ ਹੈ ਹੀ ਨਹੀਂ। ਉੱਥੇ ਜਾ ਜਿੱਥੇ ਦੁੱਧ ਦੀਆਂ ਨਦੀਆਂ ਵਗ ਰਹੀਆਂ। ਜਿੱਦਾਂ ਕਹਿੰਦੇ ਨਾ ਕਾਮਧੇਨੂ, ਜਿਹਦਾ 24 ਘੰਟੇ ਦੁੱਧ ਚੱਲ ਰਿਹਾ ਹੈ, ਤਾਂ ਜਿੱਥੇ ਕੋਈ ਕਮੀ ਹੈ ਨਹੀਂ। ਇਸੇ ਤਰ੍ਹਾਂ ਬੰਦਾ ਗਲਤ ਜਗ੍ਹਾ ਆਪ ਤਲਾਸ਼ ਕਰਦਾ ਤਾਂ ਦੋਸ਼ ਕਿਹਨੂੰ ਦਿੰਦਾ ਹੈ? ਪਰਮਾਤਮਾ ਨੂੰ। ਹੁਣ ਇੱਕ ਇਨਸਾਨ ਅਗਰ ਜ਼ਮੀਨ 'ਚ ਬੋਰ ਕਰੇ ਤਾਂ ਕੀ ਮਿਲਣਾ ਹੈ? ਪਾਣੀ ਮਿਲਣਾ ਹੈ। ਪਰ ਇੱਕ ਇਨਸਾਨ 7ਵੀਂ ਮੰਜ਼ਲ ਦੀ ਛੱਤ ਤੇ ਬੋਰ ਕਰੇ, ਕਿੱਥੋਂ ਪਾਣੀ ਕੱਢਣਾ ਹੈ? ਤਾਂ ਪਾਣੀ ਮਿਲ ਜਾਏਗਾ। ਜ਼ਰਾ ਗੌਰ ਕਰਨਾ। ਇਹਦਾ ਮਤਲਬ ਕਿ ਦੱਸਣਾ ਕੀ ਚਾਹੁੰਦੇ, ਜਿੱਥੇ ਚੀਜ਼ ਹੈ ਉੱਥੇ ਕੋਸ਼ਿਸ਼ ਕਰਾਂਗੇ ਤਾਂ ਮਿਲੇਗੀ ਵੀ ਜ਼ਰੂਰ, ਔਰ ਜਿੱਥੇ ਹੈ ਹੀ ਨਹੀਂ, ਜਿੱਦਾਂ ਬਾਬਾ ਫਰੀਦ ਕਹਿੰਦੇ ਕਿ ਸੋਈ ਸਰਵਰ ਢੂੰਢੀ ਲੈ ਜਿੱਥੋਂ ਲੱਭੇ ਵਸਤ, ਉਹ ਫਰੀਦਾ ਛੱਪੜ ਢੂੰਡੇ ਕਿਆ ਮਿਲੇ ਚਿੱਕੜ ਡੂਬੇ ਹੱਥ। ਕਿ ਸਰੋਵਰ ਚੋਂ ਲੱਭੇਗਾ ਤਾਂ ਮੋਤੀ ਮਿਲਣਗੇ, ਛੱਪੜਾਂ ਚੋਂ ਲੱਭੇਗਾ ਤਾਂ ਗੰਦਗੀ ਮਿਲਣੀ ਹੈ, ਡੱਡੂ ਹੀ ਮਿਲਣੇ ਹੈ, ਉੱਥੇ ਮੋਤੀ ਨਹੀਂ ਮਿਲਣੇ। ਅੱਜ ਬੰਦਾ ਰੱਬ ਦੀਆਂ ਰਹਿਮਤਾਂ ਦੇ ਮੋਤੀਆਂ ਨੂੰ ਪਾਣਾ ਚਾਹੁੰਦਾ, ਪਰ ਲੱਭਦਾ ਕਿੱਥੇ ਹੈ? ਛੱਪੜਾਂ 'ਚ। ਇਸ ਲਈ ਉਹ ਚਾਹੀਦਾ ਤਾਂ ਦਰਿਆਵਾਂ ਦੇ ਕੋਲ ਪਹੁੰਚਣਾ ਪੈਂਦਾ ਹੈ। ਸਮਝਦੇ ਹੋ ਕਿ ਨਹੀਂ? ਔਰ ਇਹ ਦਰਿਆ ਹੁੰਦੇ ਫਕੀਰ, ਉਹ ਫਕਰ ਜਿਹੜੇ 12 ਸਾਲੇ ਡੁੱਬੀਆਂ ਨੂੰ ਤਾਰਨ ਵਾਲੇ ਹੁੰਦੇ ਆ। ਸਮਝਦੇ ਹੋ? ਉਹੀ ਗੱਲ ਬੁੱਲੇ ਸ਼ਾਹ ਕਹਿੰਦੇ ਆ ਕਿ ਕਿਉਂ ਦਰ ਧੱਕੇ ਖਾਂਦਾ ਹੈ ਆ ਫਕਰਾਂ ਦੇ ਤੂੰ ਪਾਸ ਯਾਰਾ, ਜੋ ਧੱਕੇ ਖਾ ਖਾ ਟੁੱਟ ਜਾਂਦੀ ਹੈ ਟੁੱਟੀ ਜੋੜਨ ਆਸ ਯਾਰਾ, ਜੋ ਹਰ ਪਾਸੇ ਟੁੱਟ ਜਾਂਦਾ ਹੈ। ਜਦੋਂ ਕਾਮਿਲ ਫਕੀਰਾਂ ਦੇ ਦਰ ਤੇ ਪਹੁੰਚ ਜਾਂਦਾ ਤਾਂ ਟੁੱਟੀਆਂ ਵੀ ਉਹਦੀਆਂ ਜੁੜ ਜਾਂਦੀਆਂ ਹੈ। ਇਸ ਲਈ ਆਖਰਲੀ ਲਾਈਨ 'ਚ ਬੁੱਲੇ ਸ਼ਾਹ ਕਹਿੰਦੇ ਆ, ਬੁੱਲੇ ਸ਼ਾਹ ਇਹ ਗੱਲ ਸੱਚੀ ਹੈ, ਫਕਰਾਂ ਵਿੱਚ ਰੱਬ ਦਾ, ਉਹ ਕਹਿੰਦੇ ਰੱਬ ਦਾ ਵਾਸ ਫਕੀਰਾਂ ਦੇ ਅੰਦਰ ਹੈ। ਹੁਣ ਜ਼ਰਾ ਗੌਰ ਕਰਨਾ, ਵੈਸੇ ਤਾਂ ਰੱਬ ਦਾ ਵਾਸ ਤੁਹਾਡੇ ਅੰਦਰ ਵੀ ਹੈ, ਪਰ ਫਕੀਰਾਂ ਅੰਦਰ ਕਿਉਂ ਬੁੱਲੇ ਸ਼ਾਹ ਨੇ ਕਿਹਾ? ਕਿਉਂਕਿ ਉਹਨਾਂ ਨੇ ਮਿਹਨਤ ਕਰਕੇ ਆਪਣੇ ਅੰਦਰੋਂ ਉਹਨੂੰ ਪ੍ਰਗਟ ਕਰ ਲਿਆ। ਬੋਲੋ ਸਮਝਦੇ ਹੋ ਕਿ ਨਹੀਂ? ਜਿੱਦਾਂ ਸਮਝ ਲਓ ਕਿ 2 ਬੱਚੇ ਹੈ, ਉਹ ਡਾਕਟਰ ਬਣਨਾ ਚਾਹੁੰਦੇ ਹੈ। ਇੱਕ ਬੱਚਾ ਮਿਹਨਤ ਕਰਕੇ ਡਾਕਟਰ ਬਣ ਕੇ ਵਰਦੀ ਪਾ ਕੇ ਬਹਿ ਗਿਆ ਹੈ, ਹੁਣ ਉਹਨੂੰ ਲੋਕ ਡਾਕਟਰ ਸਾਹਿਬ ਕਹਿੰਦੇ ਹੈ, ਪਰ ਦੂਜਾ ਹੱਲੇ ਪੜ੍ਹ ਰਿਹਾ ਹੈ, ਹਾਲੇ ਉਹਦੇ ਅੰਦਰ ਦੀ ਨੌਲੇਜ ਬਾਕੀ ਹੈ, ਉਹਦੇ ਅੰਦਰਲਾ ਗਿਆਨ ਬਾਕੀ ਹੈ, ਪਰ ਜੇ ਮਿਹਨਤ ਕਰੇ ਤਾਂ ਉਹ ਵੀ ਡਾਕਟਰ ਬਣ ਕੇ ਬੈਠ ਜਾਏਗਾ। ਇਸੇ ਤਰ੍ਹਾਂ ਜਿਨ੍ਹਾਂ ਨੇ ਪ੍ਰਗਟ ਕਰ ਲਿਆ ਉਹਨਾਂ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਹੈ, ਤਾਂ ਜਿਹੜੇ ਹਾਲੇ ਤਿਆਰੀ ਚੱਲ ਰਹੀ ਹੈ, ਜਿੱਦਾਂ ਸਮਝ ਲਓ ਇੱਕ ਪੱਥਰ ਦੀ ਮੂਰਤ ਬਣ ਗਈ ਹੈ, ਅਸੀਂ ਕਹਿੰਦੇ ਭਗਵਾਨ ਦੀ ਮੂਰਤ, ਤੇ ਇੱਕ ਤੇ ਕੰਮ ਹਾਲੇ ਚੱਲ ਰਿਹਾ ਹੈ, ਅਸੀਂ ਕਹਿੰਦੇ ਹਾਲੇ ਬਣੀ ਨਹੀਂ ਹੈ, ਪਰ ਜੇ ਮਿਹਨਤ ਹੋਏਗੀ ਇਹ ਤੇ ਇਦਾਂ ਹੀ ਮਿਹਨਤ ਹੁੰਦੀ ਰਹੀ ਤੇ ਵੀ ਇੱਕ ਦਿਨ ਬਣ ਜਾਏਗੀ। ਔਰ ਜਿਹੜੀ ਬਣ ਜਾਂਦੀ ਹੈ ਫਿਰ ਉਹਨੂੰ ਕਿਹਾ ਜਾਂਦਾ ਹੈ ਭਗਵਾਨ ਦੀ, ਜਾਂ ਇਹ ਫਲਾਣੇ ਰਾਜੇ ਮਹਾਰਾਜੇ ਦੀ ਪ੍ਰਤਿਮਾ। ਇਸੇ ਤਰ੍ਹਾਂ ਤੁਹਾਨੂੰ ਦੱਸਣਾ ਚਾਹਾਂਗੇ, ਅਸੀਂ ਵੀ ਪਤਾ ਸਤਸੰਗ ਜਿੰਨਾ ਜ਼ੋਰ ਕਿਉਂ ਲਾਉਂਦੇ ਆ, ਕਿਉਂਕਿ ਸਾਨੂੰ ਵੀ ਪਤਾ ਹੈ ਕਿ ਤੁਹਾਡੇ ਅੰਦਰ ਵੀ ਭਗਵਾਨ ਦੀਆਂ ਮੂਰਤਾਂ ਹੈ, ਹਾਲੇ ਅਣਘੜਤ ਹੈ। ਸ਼ਾਇਦ ਸਾਡੇ ਸ਼ਬਦਾਂ ਦੀ ਚੋਟ ਨਾਲ ਤੁਹਾਡੇ ਅੰਦਰਲੀ ਮੂਰਤੀ ਵੀ ਘੜੀ ਜਾਵੇ ਔਰ ਤੁਹਾਡੇ ਅੰਦਰ ਵੀ ਭਗਵਾਨ ਪ੍ਰਗਟ ਹੋ ਜਾਵੇ। ਇਹ ਕੋਸ਼ਿਸ਼ ਕਰ ਰਹੇ ਹਾਂ ਅਸੀਂ, ਕਿਉਂਕਿ ਤੁਹਾਡੇ ਸਭ ਦੇ ਅੰਦਰ ਬੈਠਾ ਹੈ ਉਹ। ਸਮਝਦੇ ਹੋ ਕਿ ਨਹੀਂ? ਕੋਈ ਵੀ ਐਸੀ ਜਗ੍ਹਾ ਨਹੀਂ ਹੈ ਜਿੱਥੇ ਉਹ ਮਾਲਿਕ, ਉਹ ਪਰਮਾਤਮਾ ਪ੍ਰਭੂ ਨਾ ਹੋਵੇ। ਤਾਂ ਹੀ ਤਾਂ ਤੁਹਾਨੂੰ ਹਮੇਸ਼ਾ ਕਹੀਦਾ, ਅੱਜ ਵੀ ਕਵਾਂਗੇ ਕਿ ਆਪਣੇ ਆਪ ਨੂੰ ਨਾ ਕਮਜ਼ੋਰ ਸਮਝੋ, ਆਪਣੇ ਆਪ ਨੂੰ ਨਾ ਲਾਚਾਰ ਸਮਝੋ, ਨਾ ਆਪਣੇ ਆਪ ਨੂੰ ਬੁਰਾ ਸਮਝੋ। ਬੋਲੋ ਸਮਝਦੇ ਹੋ ਕਿ ਨਹੀਂ? ਕਿਉਂਕਿ ਤੁਸੀਂ ਬੁਰਾ ਕਰ ਸਕਦੇ ਹੋ ਪਰ ਬੁਰੇ ਬਣ ਨਹੀਂ ਸਕਦੇ। ਜਿੱਦਾਂ ਬੰਦਾ ਕਹਿੰਦਾ ਹੈ ਕਿ ਭਾਈ ਮੈਂ ਬੁਰਾ ਕਰਮ ਕਰ ਦਿੱਤਾ, ਕਰਮ ਬੁਰਾ ਹੋ ਸਕਦਾ ਹੈ ਪਰ ਤੁਸੀਂ ਬੁਰੇ ਨਹੀਂ ਬਣ ਸਕਦੇ। ਅੱਜ ਤੁਸੀਂ ਬੁਰਾ ਕੀਤਾ ਤਾਂ ਕੱਲ ਨੂੰ ਚੰਗਾ ਵੀ ਕਰ ਸਕਦੇ ਹੋ ਤੁਸੀਂ ਰੱਬ ਦਾ ਹੀ ਰੂਪ। ਬਸ ਜ਼ਰੂਰਤ ਹੈ ਬੁਰਾਈ ਨੂੰ ਛੱਡ ਕੇ ਆਪਣੇ ਰੂਪ ਨੂੰ ਪ੍ਰਗਟ ਕਰਨ ਤੇ, ਅੱਛਾਈ ਨੂੰ ਪ੍ਰਗਟ ਕਰਨ ਤੇ ਮਿਹਨਤ ਕਰਨ ਦੀ। ਜਦੋਂ ਅੱਛਾਈ ਬੰਦਾ ਕਰਦਾ ਹੈ ਤਾਂ ਦੇਖਦਿਆਂ ਦੇਖਦਿਆਂ ਉਹਦੇ ਅੰਦਰਲਾ ਪ੍ਰਭੂ ਸਾਹਮਣੇ ਆ ਜਾਂਦਾ ਹੈ। ਸਮਝਦੇ ਹੋ ਕਿ ਨਹੀਂ? ਇਸ ਲਈ ਸਮਾਂ ਹੁਣ ਕਾਫੀ ਹੋ ਰਿਹਾ, ਸਮਝਾਉਣ ਨੂੰ ਤਾਂ ਬਹੁਤ ਕੁਛ ਹੈ, ਇਸ ਲਈ ਸਤਸੰਗ ਨੂੰ ਥੋੜਾ ਆਖਰਲੇ ਵਚਨਾਂ ਵੱਲ ਲੈ ਕੇ ਚੱਲੀਏ। ਸੋ ਸਮਝਣਾ ਸਾਰਿਆਂ ਨੇ ਕਿ ਜੇ ਸਾਨੂੰ ਉਸ ਮਾਲਿਕ ਦੀਆਂ ਰਹਿਮਤਾਂ ਦੀ, ਬਖਸ਼ਿਸ਼ਾਂ ਦੀ, ਕਿਰਪਾ ਦੀ ਜ਼ਰੂਰਤ ਹੈ, ਕਾਮਯਾਬੀ ਸਫਲਤਾ ਦੀ ਜ਼ਰੂਰਤ ਹੈ, ਅਸੀਂ ਜੀਵਨ 'ਚ ਕਾਮਯਾਬ ਹੋਣਾ ਚਾਹੁੰਦੇ ਹਾਂ, ਤਾਂ ਫਿਰ ਇਹ ਯਾਦ ਰੱਖੋ ਕਿ ਜਿੱਦਾਂ ਅੱਜ ਸਤਸੰਗ 'ਚ ਆਏ ਹੋ ਨਾ, ਆਓ, ਪਰ ਨਾਲ ਇਹ ਵੀ ਅੱਜ ਮੈਂ ਕਿਉਂ ਜਾ ਰਿਹਾ ਸਤਸੰਗ 'ਚ। ਜਿੱਦਾਂ ਦੱਸਿਆ ਨਾ, ਰੀਜ਼ਨ ਆਪਣੇ ਮਨ ਨੂੰ ਦਿਓ, ਕਿਉਂਕਿ ਜਦੋਂ ਇਹ ਅੰਦਰ ਕਵਾਂਗੇ ਨਾ ਮੈਂ ਗਿਆਨ ਦੀ ਖਾਤਰ ਜਾ ਰਿਹਾ ਹਾਂ, ਆਪਣੇ ਜੀਵਨ ਨੂੰ ਬਦਲਣ ਦੀ ਖਾਤਰ ਜਾ ਰਿਹਾ ਹਾਂ, ਤਾਂ ਫਿਰ ਤੁਹਾਡੇ ਬੈਠਣ ਦਾ ਢੰਗ ਇਦਾਂ ਹੋਏਗਾ, ਤੁਸੀਂ ਇੱਕ ਇੱਕ ਵਚਨ ਨੂੰ ਸੁਣੋਗੇ ਵੀ ਔਰ ਉਹ ਤੁਹਾਡੇ ਜੀਵਨ 'ਚ ਬਦਲਾਅ ਵੀ ਲੈ ਕੇ ਆਏਗਾ। ਕਿਉਂਕਿ ਤੁਸੀਂ ਆਪਣੇ ਆਪ ਨੂੰ ਕਿਹਾ ਕਿ ਮੈਂ ਇਸ ਖਾਤਰ ਜਾ ਰਿਹਾ।
ਜਿਹਦਾ 51 ਜਿਮ ਜਾਂਦਾ ਹੈ, ਜੇ ਉਹ ਸੋਚੇ ਭਾਈ ਮੈਂ ਤਾਂ ਜਿਮ ਟਾਈਮ ਪਾਸ ਕਰਨ ਦੀ ਖਾਤਰ ਆਇਆ ਹਾਂ, ਉਹਨੇ ਫਿਰ ਕੀ ਕਰਨਾ ਉੱਥੇ? ਬਸ ਜਾ ਕੇ ਇੱਧਰ ਉੱਧਰ ਘੁੰਮ ਕੇ ਮੋਬਾਈਲ ਤੇ ਗੇਮਾਂ ਗੁੰਮਾਂ ਖੇਡ ਕੇ ਗਾਣੇ ਗੁਣੇ ਸੁਣ ਕੇ ਵਾਪਸ ਆਣਾ, ਟਾਈਮ ਪਾਸ ਕਰਨ ਆਇਆ ਸੀ, ਕਰਕੇ ਚਲਾ ਗਿਆ। ਦੂਜਾ ਆਂਦਾ ਮੈਂ ਇਸ ਲਈ ਆਇਆ ਕਿ ਐਕਸਰਸਾਈਜ਼ ਕਰਾਂ ਤਾਂ ਕਿ ਆਪਣੀ ਕਮਜ਼ੋਰ ਬੋਡੀ ਨੂੰ ਸੋਲਿਡ ਬਣਾਵਾਂ। ਤਾਂ ਉਹ ਵੀ ਕੀ ਕਰੇਗਾ? ਉਹ ਮੋਬਾਈਲ ਮੂਲ ਬੰਦ ਕਰਕੇ ਪੂਰੀ ਤਰ੍ਹਾਂ ਮਿਹਨਤ ਕਰੇਗਾ ਤਾਂ ਕਿ ਜਿਸ ਮਕਸਦ ਵਾਸਤੇ ਆਇਆ ਉਹ ਮਕਸਦ ਮੈਂ ਪੂਰਾ ਕਰਾਂ। ਸਮਝਦੇ ਹੋ ਕਿ ਨਹੀਂ? ਇਸ ਲਈ ਤੁਸੀਂ ਵੀ ਸੋਚੋ, ਇਹ ਦੁਨੀਆ ਤੇ ਮੈਂ ਕਾਮਯਾਬ ਹੋਣ ਵਾਸਤੇ ਆਇਆ ਹਾਂ, ਇਹ ਦੁਨੀਆ ਤੇ ਮੈਂ ਅੱਛੀ ਜ਼ਿੰਦਗੀ ਜੀਣ ਵਾਸਤੇ ਆਇਆ ਹਾਂ, ਅੱਛੀ ਸਿਹਤ ਨੂੰ ਹਾਸਲ ਕਰਨ ਆਇਆ ਹਾਂ, ਉਹ ਪ੍ਰਮਾਤਮਾ ਦੀਆਂ ਰਹਿਮਤਾਂ ਨੂੰ ਹਾਸਲ ਕਰਨ ਆਇਆ ਹਾਂ। ਜਦੋਂ ਇਹ ਸੋਚ ਸਾਡੀ ਹੋਏਗੀ ਤਾਂ ਫਿਰ ਅਸੀਂ ਕਰਮ ਵੀ ਉਹ ਕਰਾਂਗੇ ਜਿਹੜੇ ਸਿਹਤ ਨੂੰ ਵੀ ਅੱਛਾ ਕਰਨਗੇ ਤਾਂ ਸਾਨੂੰ ਮਾਲਿਕ ਦੀਆਂ ਰਹਿਮਤਾਂ ਦੇ ਵੀ ਨੇੜੇ ਲੈ ਜਾਣਗੇ। ਤਾਂ ਜੇ ਅਸੀਂ ਟਾਈਮ ਪਾਸ ਕਰ ਰਹੇ ਹਾਂ ਤਾਂ ਫਿਰ ਤਾਂ ਹੋ ਹੀ ਕੁਝ ਨਹੀਂ ਸਕਦਾ ਸਾਡਾ। ਸਮਝਦੇ ਹੋ ਕਿ ਨਹੀਂ? ਇਸ ਕਰਕੇ ਇੱਥੇ ਸੋਚੋ ਕਿ ਮੈਂ ਐਸੀ ਜ਼ਿੰਦਗੀ ਜੀਣੀ ਹੈ ਕਿ ਮੇਰੇ ਮਾਲਿਕ ਦੀ ਰਹਿਮਤ ਚਾਰੋਂ ਤਰਫ ਭਰਪੂਰ ਹੈ। ਮੈਂ ਇਦਾਂ ਜ਼ਿੰਦਗੀ ਜੀਣੀ ਹੈ ਕਿ ਮਾਲਿਕ ਦੀ ਰਹਿਮਤ ਦਾ ਪੂਰਾ ਆਨੰਦ ਲੈ ਸਕਾਂ। ਔਰ ਤੁਸੀਂ ਹਰ ਕਦਮ ਤੇ ਇਦਾਂ ਦੀਆਂ ਨੇਕੀਆਂ ਕਰ ਸਕਦੇ ਹੋ, ਇਦਾਂ ਦੇ ਕਰਮ ਕਰ ਸਕਦੇ ਹੋ, ਜਿੱਦਾਂ ਕਹਿੰਦੇ ਆ ਨਾ, ਉਠਤ ਬੈਠਤ ਸੋਬਤ ਧਿਆਈਏ, ਮਾਰਗ ਚਲਤਿਆਂ ਹਰੀ ਹਰ ਗਾਈਏ। ਫਿਰ ਤੁਸੀਂ ਉੱਠਦੇ ਬੈਠਦੇ ਵੀ ਆਪਣੀ ਸੁਰਤੀ ਨੂੰ ਜਦੋਂ ਮਾਲਿਕ ਵੱਲ ਰੱਖਦੇ ਹੋ ਤੇ ਇਹਦਾ ਮਤਲਬ ਤੁਸੀਂ ਉਹ ਜ਼ਿੰਦਗੀ ਜੀ ਰਹੇ ਹੋ ਕਿ ਮਾਲਿਕ ਦੀ ਰਹਿਮਤ ਤੈਨੂੰ ਮਿਲਦੀ ਰਹੇ। ਸਮਝਦੇ ਹੋ ਕਿ ਨਹੀਂ? ਇਸ ਲਈ ਸੋਚਣਾ ਹੈ ਮੈਂ ਕਿਸ ਵਾਸਤੇ ਦੁਨੀਆ ਤੇ ਆਇਆ ਹਾਂ, ਮੈਂ ਕਿਉਂ ਦੁਨੀਆ ਤੇ ਜਨਮ ਲਿਆ ਹੈ। ਜਰਾ ਸਮਝਦੇ ਹੋ ਕਿ ਨਹੀਂ? ਪੁੱਛੋ ਆਪਣੇ ਆਪ ਨੂੰ, ਪੁੱਛ ਲਿਆ ਕਿ ਨਹੀਂ? ਫਿਰ ਕੀ ਅੰਦਰੋਂ ਜਵਾਬ ਆਇਆ? ਕਿਸ ਵਾਸਤੇ ਆਏ ਹੋ? ਕਈ ਤਾਂ ਹੁੰਦੇ ਹੈ ਕਿ ਦੂਜਿਆਂ ਨੂੰ ਲੜਦੇ ਰਹਿੰਦੇ ਆ, ਦੂਜਿਆਂ ਨਾਲ ਝਗੜਦੇ ਰਹਿੰਦੇ। ਇਹਦਾ ਮਤਲਬ ਕੀ ਮੈਂ ਇਸ ਲਈ ਆਇਆ ਦੁਨੀਆ ਤੇ ਕਿ ਆਪ ਵੀ ਪਰੇਸ਼ਾਨ ਹੋਈ ਜਾਵਾਂ, ਦੂਜੇ ਨੂੰ ਪਰੇਸ਼ਾਨ ਕਰ ਦੇਵਾਂ? ਬੋਲੋ, ਸਮਝਦੇ ਹੋ ਕਿ ਨਹੀਂ? ਇੱਕ ਕਹਾਣੀ ਸਾਨੂੰ ਇੱਥੇ ਬੈਠੇ ਬੈਠੇ ਯਾਦ ਆ ਗਈ ਹੈ, ਥੋੜੀ ਲੰਬੀ ਸੁਣਾ ਦਈਏ, ਪੁਖਤਾ ਨਹੀਂ ਲੱਗੀ ਤੁਹਾਨੂੰ? ਬੜੀ ਪਿਆਰੀ ਕਹਾਣੀ ਹੈ ਕਿ ਅੱਜ ਇਨਸਾਨ ਦੇ ਜੀਵਨ ਬਾਰੇ, ਇਨਸਾਨ ਦੀਆਂ ਭਾਵਨਾਵਾਂ ਬਾਰੇ ਥੋੜਾ ਦੱਸ ਦਈਏ, ਕਿਉਂਕਿ ਇਨਸਾਨ ਦੀ ਕੁਝ ਫੀਲਿੰਗ ਹੁੰਦੀ ਹੈ, ਜਿੱਦਾਂ ਪਿਆਰ ਹੋ ਗਿਆ, ਨਫ਼ਰਤ ਹੋ ਗਈ, ਕ੍ਰੋਧ ਹੋ ਗਿਆ, ਲੋਭ ਹੋ ਗਿਆ, ਮੋਹ ਹੋ ਗਿਆ, ਹੰਕਾਰ ਹੋ ਗਿਆ। ਕਹਿੰਦੇ ਇੱਕ ਵਾਰ ਇਹ ਸਾਰੀਆਂ ਫੀਲਿੰਗਸ ਨਾ, ਹਾਲੇ ਉਹ ਬੰਦਾ ਨਹੀਂ ਬਣਿਆ ਸੀ, ਇਹ ਕਹਾਣੀ ਸਾਨੂੰ ਗਿਆਨ ਦੇਣ ਵਾਸਤੇ ਹੈ, ਸਾਨੂੰ ਸਮਝਾਉਣ ਵਾਸਤੇ। ਹਾਲੇ ਉਦੋਂ ਰੱਬ ਨੇ ਇਨਸਾਨ ਨੂੰ ਨਹੀਂ ਬਣਾਇਆ ਸੀ, ਪਹਿਲਾਂ ਭਾਵਨਾਵਾਂ ਬਣੀਆਂ। ਤਾਂ ਭਾਵਨਾਵਾਂ ਇਕੱਠੀਆਂ ਹੋ ਕੇ ਨਾ ਕਹਿੰਦੇ ਚਲੋ ਲੁਕਣ ਮਿਚੀ ਖੇਡਦੇ ਆ, ਲੁਕਣ ਮਿਚੀ ਖੇਡਦੇ ਆ। ਹੁਣ ਲੁਕਣ ਮਿਚੀ ਖੇਡਣ ਵਾਸਤੇ ਤਿੰਨ ਦਾ ਗਰੁੱਪ ਬਣ ਗਿਆ ਸਾਰੀਆਂ ਫੀਲਿੰਗਸ ਦਾ। ਉਹ ਕਿਹੜਾ ਗਰੁੱਪ ਬਣਿਆ ਕਿ ਜਰਾ ਧਿਆਨ ਦੇਣਾ ਕਿ ਤਿੰਨ ਦਾ ਗਰੁੱਪ ਬਣ ਗਿਆ। ਉਹ ਤਿੰਨ ਦਾ ਗਰੁੱਪ ਕੀ ਹੋ ਗਿਆ ਕਿ ਇੱਕ ਪਾਸੇ ਹੋ ਗਏ ਪ੍ਰੇਮ, ਉਹਦੇ ਨਾਲ ਹੋ ਗਈ ਜਲਨ। ਸਮਝਦੇ ਹੋ ਕਿ ਨਹੀਂ? ਪ੍ਰੇਮ ਨਾਲ ਕੀ ਹੋ ਗਈ? ਜਲਨ। ਔਰ ਤੀਜੀ ਹੋ ਗਈ ਤੜਫ। ਇਹ ਤਿੰਨਾਂ ਦਾ ਗਰੁੱਪ ਬਣ ਗਿਆ। ਤੜਫ, ਪ੍ਰੇਮ ਦੇ ਨਾਲ ਪ੍ਰੇਮ, ਜਲਨ ਔਰ ਤੜਫ, ਇਹ ਤਿੰਨੇ ਇੱਕ ਪਾਸੇ ਲੋਗੇ ਜਾ ਕੇ। ਫਿਰ ਅਗਲਾ ਗਰੁੱਪ ਬਣ ਗਿਆ ਕ੍ਰੋਧ ਦਾ। ਕ੍ਰੋਧ ਨਾਲ ਕੌਣ ਕੌਣ ਸੀ? ਕ੍ਰੋਧ, ਨਫ਼ਰਤ, ਜਰਾ ਗੌਰ ਕਰਨਾ, ਕ੍ਰੋਧ, ਨਫ਼ਰਤ, ਅਸ਼ਾਂਤੀ, ਇਹ ਤਿੰਨੇ ਇੱਕ ਪਾਸੇ ਲੋਗੇ ਜਾ ਕੇ। ਫਿਰ ਇੱਕ ਹੋਰ ਗਰੁੱਪ ਬਣ ਗਿਆ। ਉਹ ਗਰੁੱਪ ਕਿਹੜਾ ਬਣਿਆ? ਲੋਭ, ਕਪਟ, ਚਲਾਕੀ, ਇਹ ਤਿੰਨੇ ਇੱਕ ਪਾਸੇ ਜਾ ਕੇ ਲੋਗੇ। ਯਾਨੀ ਇਦਾਂ ਅਲੱਗ-ਅਲੱਗ ਗਰੁੱਪ ਬਣ ਗਏ। ਜਰਾ ਸਮਝਣਾ ਸਾਰਿਆਂ ਨੇ। ਔਰ ਕਹਿੰਦੇ ਹੈ ਕਿ ਜਦੋਂ ਅਲੱਗ-ਅਲੱਗ ਗਰੁੱਪ ਬਣੇ, ਸਾਰੇ ਲੁਕ ਗਏ, ਤਾਂ ਬਾਰੀ ਕਿਹਦੀ ਆਈ? ਪਾਗਲਪਨ ਦੀ। ਕਿ ਪਾਗਲਪਨ ਨੇ ਲੱਭਣਾ ਹੈ। ਇਹਲੇ ਪਾਗਲਪਨ ਨੂੰ ਕਿਹਾ ਭਾਈ ਤੂੰ ਗਿਣਤੀ ਕਰ, 1 2 3, ਇਹੀ ਸਾਰੇ ਲੁਕਦੇ ਆ ਜਾ ਕੇ। ਤਾਂ ਕਹਿੰਦੇ ਲੋਭ ਵੀ ਲੁਕ ਗਿਆ। ਲੋਭ ਦੇ ਨਾਲ ਜਰਾ ਧਿਆਨ ਦੇਣ ਵਾਲੀ ਗੱਲ ਹੈ ਕਿ ਲੋਭ ਦੇ ਨਾਲ ਕੀ ਕੀ ਲੁਕਿਆ? ਕਪਟ ਔਰ ਚਤੁਰਾਈ, ਜਿਹਦਾ ਦੱਸਿਆ। ਹੁਣ ਲੋਭ ਜਾ ਕੇ ਨਾ ਵੜ ਗਿਆ ਬੋਰੇ 'ਚ, ਪਰ ਜਿੱਦਾਂ ਹੀ ਬੋਰੇ 'ਚ ਵੜਿਆ ਬੋਰਾ ਹੀ ਫਟ ਗਿਆ। ਸਮਝਣਾ ਜਰਾ, ਬੋਰਾ ਫਟ ਗਿਆ। ਪਰ ਜਿਹੜੇ ਕਪਟ ਔਰ ਚਤੁਰਾਈ ਸੀ ਉਹਨਾਂ ਨੇ ਫਟਾਫਟ ਉੱਤੋਂ ਲੁਕੋ ਕੇ ਉਹਨੂੰ ਚੱਕ ਕੇ ਇੱਕ ਪਾਸੇ ਲੈ ਗਏ। ਹੁਣ ਇੱਥੇ ਕਹਾਣੀ ਨੂੰ ਸ਼ਾਰਟ ਕਰਨ ਦੀ ਖਾਤਰ, ਨਹੀਂ ਤਾਂ ਫੀਲਿੰਗਸ ਤਾਂ ਬਹੁਤ ਹੁੰਦੀਆਂ ਹੈ। ਹੁਣ ਇੱਥੇ ਦੱਸਣਾ ਚਾਹਾਂਗੇ ਕਿ ਜਦੋਂ ਨਾ ਇਹ ਪਾਗਲਪਨ ਦੀ ਵਾਰੀ ਆਈ ਲੱਭਣ ਦੇ ਵਾਸਤੇ ਕਿ ਚੱਲ ਵੀ ਲੱਭ, ਤਾਂ ਪਾਗਲ ਨੇ ਸਾਰਿਆਂ ਨੂੰ ਲੱਭਿਆ, ਸਾਰਿਆਂ ਨੂੰ ਲੱਭ ਲਿਆ। ਜਿੱਥੇ ਉਹਨੂੰ ਕ੍ਰੋਧ ਮਿਲਿਆ, ਕ੍ਰੋਧ ਦੇ ਨਾਲ ਉਹਨੂੰ ਨਫ਼ਰਤ ਵੀ ਮਿਲ ਗਈ। ਕੀ ਮਿਲੀ? ਨਫ਼ਰਤ ਵੀ ਮਿਲ ਗਈ ਔਰ ਅਸ਼ਾਂਤੀ ਵੀ ਮਿਲ ਗਈ, ਕਿਉਂਕਿ ਜਿੱਥੇ ਕ੍ਰੋਧ ਹੁੰਦਾ ਹੈ ਉੱਥੇ ਨਫ਼ਰਤ ਵੀ ਹੁੰਦੀ ਹੈ ਤਾਂ ਅਸ਼ਾਂਤੀ ਵੀ ਹੁੰਦੀ ਹੈ। ਇਹ ਹੋ ਹੀ ਨਹੀਂ ਸਕਦਾ ਕਿ ਮੈਨੂੰ ਉੱਤੇ ਗੁੱਸਾ ਹੈ ਤਾਂ ਮੈਨੂੰ ਉਹਨਾਂ ਪਿਆਰ ਬੜਾ। ਨਹੀਂ, ਨਫ਼ਰਤ ਵੀ ਨਾਲ, ਕ੍ਰੋਧ ਕਰਦੇ ਜਾਵਾਂਗੇ ਤਾਂ ਨਫ਼ਰਤ ਵੀ ਨਾਲ ਪੈਦਾ ਹੋ ਜਾਂਦੀ ਹੈ। ਔਰ ਜਿੱਥੇ ਕ੍ਰੋਧ ਆਉਂਦਾ ਉੱਥੇ ਅਸ਼ਾਂਤੀ ਵੀ ਜੀਵਨ 'ਚ ਆ ਜਾਂਦੀ ਹੈ। ਹੁਣ ਕਹਿੰਦੇ ਜਿਹੜਾ ਪ੍ਰੇਮ ਸੀ ਨਾ, ਇਹ ਪ੍ਰੇਮ ਚਲਾ ਗਿਆ ਗੁਲਾਬ ਦੇ ਫੁੱਲ ਦੇ ਪਿੱਛੇ। ਗੁਲਾਬ ਦੇ ਫੁੱਲ ਦੇ ਵਿੱਚ ਪਿੱਛੇ ਜਾ ਕੇ ਲੁਕ ਗਿਆ। ਔਰ ਇਹਦੇ ਜਿਹੜੇ ਸਾਥੀ ਸੀ, ਜਿਹੜੀ ਜਲਨ ਸੀ, ਤਾਂ ਨਾਲ ਕੀ ਸੀਗਾ? ਜਲਨ ਔਰ ਤੜਫ, ਇਹ ਵੀ ਪੱਤਿਆਂ ਵਿੱਚ ਲੋਗੇ ਜਾ ਕੇ। ਹੁਣ ਕਹਿੰਦੇ ਪਾਗਲਪਨ ਨੇ ਸਾਰੇ ਲੱਭਿਆ, ਲੋਭ ਨੂੰ ਲੱਭਿਆ, ਤਾਂ ਲੋਭ ਫਟੀ ਹੋਈ ਬੋਰੀ 'ਚੋਂ ਮਿਲਿਆ,
क्योंकि बोरी इदां ही फट गई कि लोभ जिथे आंदा फिर कदी उत्थे समांदा नहीं, वधदा ही चला जाता है। और लोभ के नाल पिछों किहड़े निकले आए? कपट। कपट पता ना किहनूं कहंदे आ? क्योंकि जिथे लोभी बंदा होवे दूजिਆਂ ਨਾਲ ठगियां करदा है, कपट करदा है और बड़ा चतुर बनदा है ਉਹ कि किसी ਦਾ दूजे ਨੂੰ ठग लवां। पर गल इत्थे ही प्रेम दी दसना चाहते हैं कि प्रेम दे नाल की आंदा है। जरा समझना सारिਆਂ ने, कहंदे ਜਦੋਂ प्रेम नहीं मिलिया, सारे ही मिल गए, प्रेम नहीं मिलिया ਤਾਂ उस वेले पागलपन ਨੂੰ आ गया गुस्सा। उन्हें चकिया की चकिया? एक डंडा चकिया जिन्होंने कंडे लगे हुए सी। तो किसी ने कहा आ जिहड़ा झूठ सी ना, उन्हें कहा भी वो फुल दे विच लुकिया जाके, पर लभ्या नहीं। तो इन्हें इदां दा फुल मारना शुरू करता जो फुल दे वो कंडे वाले डंडे मारे तो जिहड़ा प्रेम सी ना उहदी अखां दे विच कंडे लग गए और प्रेम हो गया अन्ना। समझ लो कि नहीं? हुण जो प्रेम अन्ना हो गया तो रब ने देखा कि बई पागलपन ये तू बहुत खराब काम किया, तू प्रेम नू अन्ना कर दिता। इसलिए अज तो तेरी जिम्मेवारी है कि प्रेम नू कंधे ते उठा के तू ही घूमना है और प्रेम दे नाल नाल चलणगे तड़फ और दूसरी केड़ी चीज सी? जलन। जरा समझना ये कहानी क्यों दस रहे हैं तुहानू कि इंसान दे जीवन च जिहड़ी चीज है ना कि जदों इंसान प्रेम इंसान दे जीवन च आंदा है तो ये जिहड़ा प्रेम है इत्थे थोड़ी जलन भी आंदी है और इत्थे नाल नाल तड़प भी आंदी है, जिन्होंने कहते बिरहा। और प्रेम के अंदर एक पागलपन भी हुंदा है। पर जिस वेले ये चीज हुई तो इन्हां ने रब नूं कहा कि रब्बा प्रेम कहंदा मैनू आ जलन मिली, ये तड़प मिली, मैनू ये पागलपन मिलिया, ए परमात्मा ये की है? मैनू ये सजा क्यों मिली? मेरी अखां दी रोशनी भी चली गई। तो उस वेले परमात्मा ने एक गल कही कि ए प्रेम ये मैं तेरे नाल वादा करदा हां, ये मैं तेरे नाल वचन करदा हां कि जब तक तू दुनिया पिछे घूमेगा तू तड़फेगा भी, पागलपन भी तेरे अंदर होएगा, तू तकलीफ भी पाएगा, सड़ेगा भी, पर जदों तू मेरे हाल ध्यान करेगा तो तेरे जीवन च वो आनंद होएगा कि जिहड़ा तैनू पा गया मैनू पा गया। ये मैं तेरे नाल वचन करदा, प्रेम नाल बचे ने रब दा कि जिन प्रेम कियो तिन ही प्रभु पायो। हुण जे असीं दुनिया नाल प्यार करदे हां तां सानू की मिलदा है? ਅਸੀਂ ਤੜਫ ਮਿਲਦੇ ਆਂ, ਐਵੇਂ ਤੜਫਦੇ ਰਹਿੰਦੇ ਕਿ ਲੈ ਵੀ ਉਹਦੇ ਪਿੱਛੇ ਮਰਨ ਲੱਗਾ, ਜਾਨ ਦੇ ਦੇਣੀ ਮੈਂ ਆਪਣੀ ਜ਼ਿੰਦਗੀ ਬਰਬਾਦ ਕਰ ਲੈਣੀ, ਉਹਨੇ ਮੈਨੂੰ ਧੋਖਾ ਦੇ ਦਿੱਤਾ। ਕਮਾਲ ਦੀ ਗੱਲ ਹੈ, ਉਹਨਾਂ ਦਾ ਦੇਤਾ, ਤੈਨੂੰ ਆਪਣੀ ਜ਼ਿੰਦਗੀ ਨਾਲ ਪਿਆਰ ਨਹੀਂ, ਸਭ ਤੋਂ ਬੜਾ ਧੋਖਾ ਤਾਂ ਤੂੰ ਆਪਣੀ ਜ਼ਿੰਦਗੀ ਨੂੰ ਦੇਣ ਲੱਗਾ ਮਰਨ ਕੇ। ਤੂੰ ਆਪਣੀ ਜ਼ਿੰਦਗੀ ਨਾਲ ਕਿਹੜੀ ਵਫਾਦਾਰੀ ਕੀਤੀ ਜੇ ਉਹਨਾਂ ਤੇਰੇ ਨਾਲ ਧੋਖਾ ਕੀਤਾ? ਤੂੰ ਵੀ ਤਾਂ ਆਪਣੀ ਜ਼ਿੰਦਗੀ ਨਾਲ ਧੋਖਾ ਹੀ ਕਰ ਰਿਹਾ ਨਾ। ਆਪਸ਼ਨਾਂ ਦੋ ਹੁੰਦੀਆਂ ਹੈ, ਜਰਾ ਸਮਝਣਾ कि किसी ने मैनू धोखा दिता मैं अपने आप को बर्बाद कर लवां, ते एक हुंदा किसी ने मैनू धोखा दिता तो अपने आप को इन्ना कामयाब बन के दिखावां कल नूं पछतावा होवे कि इहनूं क्यों छड्डिया मैं। समझ आ रही कि नहीं? जिहड़ा कमजोर बंदा है वो मरन दी गल करदा है, तो जिहड़ा स्ट्रोंग बंदा ना रब ते विश्वास करने वाला वो कहंदा लै इहदे पिछे क्यों मरां, मैं अपने आप को अपने मालिक नाल इदां जोड़ देना कि इहदे वर्गे हज़ारां मेरे पिछे घुम्मण, मैं क्यों जिंदगी खराब करा। सो तड़फदा वो है जो दुनिया पिछे जांदा है, जलदा वो है जो संसार दे पिछे तुरदा है। और जिद्दां दसिया पागलपन भी उन्हां नूं हासिल हुंदा ने दुनिया पिछे, पर जिहड़े अपने मालिक नाल प्यार करदे आ, रब नाल प्यार करदे आ, प्रभु नाल प्यार करदे आ, तो रब कहंदा मेरा वादा है जे तू मेरे नाल प्यार करेगा ना, प्रेम जे तू मेरी तरफ होएगा तो फिर तू मेरे तक पहुंचेगा। इसलिए तुहाडा प्रेम किहदी तरफ है? सब्सक्राइब कीजिए सर्व संध्या दरबार कांटिया शरीफ चैनल को और बेल आइकन दबाइए मालिक जी की लेटेस्ट सत्संग की वीडियो को सबसे पहले देखने के लिए। जय